ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨ ਹੋਏ। ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੇ ਕੋਏ। ਹਰ ਜੀਉ ਸੱਚਾ ਸੱਚੀ ਬਾਣੀ, ਗੁਰ ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨ ਕੀਨੀ, ਬਿਰਥਾ ਜਨਮ ਗਵਾਇਆ। ਰਹਾਉ ਪੂਰੇ ਗੁਰ ਕੀ ਸੇਵਨ ਕੀਨੀ, ਬਿਰਥਾ ਜਨਮ ਗਵਾਇਆ। ਵਾਹਿਗੁਰੂ। ਰਾਗ ਸ੍ਰੀ ਰਾਗ ਮਹੱਲਾ ਤੀਜਾ। ਮਤਲਬ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਬਚਨ। ਘਰ ਪਹਿਲਾ ਰਾਗੀਆਂ ਨੂੰ ਸੁਰਤਾਲ ਦੇ ਮੁਤਾਬਕ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਅਸ਼ਟਪਦੀਆਂ ਇਹ 8-8 ਪਦਿਆਂ ਦੇ ਸ਼ਬਦ ਆਰੰਭ ਹੁੰਦੇ ਹਨ। ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 64 ਤੋਂ ਤੀਜੇ ਪਾਤਸ਼ਾਹ ਜੀ ਦੀ ਬਾਣੀ। ਇੱਕ ਓੰਕਾਰ ਪਹਿਲਾ ਮੰਗਲਾਚਰਨ ਕਰਦੇ ਹੋਏ ਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ। ਪਰਮੇਸ਼ਰ ਇੱਕ ਹੈ, ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਉਸੇ ਦਾ ਹੁਕਮ ਸਾਡੇ ਸਭ ਦੇ ਅੰਦਰ ਚੱਲਦਾ ਹੈ। ਸਤਿਗੁਰ ਪ੍ਰਸਾਦ। ਐਸੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਗੁਰੂ ਦੀ ਕਿਰਪਾ ਲੈਣੀ ਚਾਹੀਏ। ਗੁਰੂ ਦੀ ਕਿਰਪਾ ਦੇ ਨਾਲ ਹੀ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਪਾਤਸ਼ਾਹ ਜੀ ਦੇ ਸੇਵਕ, ਜਿਨ੍ਹਾਂ ਨੇ 12 ਸਾਲ ਖਡੂਰ ਸਾਹਿਬ ਰਹਿ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ। ਇਹਨਾਂ ਦੀ ਸੇਵਾ ਪ੍ਰਵਾਨ ਹੋਈ ਤੇ ਸਤਿਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ, ਨਾਮ ਦਾ ਛਿੱਟਾ ਦੇਣ ਦੇ ਲਈ ਇਹਨਾਂ ਦੀ ਡਿਊਟੀ ਲਾਈ ਤੇ ਇਹਨਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਕਿ ਜਾਓ ਪੁਰਖੋ, ਹੁਣ ਤੁਸੀਂ ਉੱਥੇ ਬੈਠ ਕੇ ਇਸ ਕੰਮ ਨੂੰ ਚਲਾਓ ਅੱਗੇ। ਔਰ ਇੱਥੇ ਬੈਠ ਕਰਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਤੇ ਸਿਮਰਨ ਦੋਨੇ ਚੀਜ਼ਾਂ ਖੂਬ ਚਲਾਈਆਂ। ਸੇਵਾ ਸਿਮਰਨ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਬੇਅੰਤ ਸੰਗਤਾਂ ਆ ਕੇ ਬੈਠਦੀਆਂ। ਦੀਵਾਨ ਸਜਦਾ ਹੈ। ਦੂਰ ਦਰਾਡੇ ਨੇੜੇ ਦੇ ਪਿੰਡਾਂ ਦੀਆਂ ਸੰਗਤਾਂ ਆਉਂਦੀਆਂ। ਦੀਵਾਨ ਸਜਿਆ ਇੱਕ ਪਾਸੇ ਬੈਰਾਗਵਾਨ ਮਨੁੱਖ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਹੈ, ਵਿਰਾਗ ਲੱਗਿਆ। ਇੱਕ ਪਾਸੇ ਭਾਈ ਪਾਰੋ ਵਰਗੇ ਬ੍ਰਹਮ ਗਿਆਨੀ, ਜਿਨ੍ਹਾਂ ਤੇ ਸਤਿਗੁਰਾਂ ਦੀ ਬੜੀ ਕਿਰਪਾ ਹੋ ਚੁੱਕੀ ਸੀ। ਗੁਰਮੁਖ ਬੈਠੇ ਹੈ। ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਸਜੇ ਹੋਏ ਹੈ। ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੇਸ਼ ਦਾ ਮੁਗਲ ਬਾਦਸ਼ਾਹ ਅਕਬਰ ਆਇਆ। ਔਰ ਬਾਦਸ਼ਾਹ ਅਕਬਰ ਨੂੰ ਜਿਹੜਾ ਹੈ ਸਿੱਧਾ ਹੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਲੈ ਆਂਦਾ। ਜਦੋਂ ਸਤਿਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਬਾਦਸ਼ਾਹ ਅਕਬਰ ਆਇਆ ਨਾ,
ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸਭ ਨੂੰ ਬਰਾਬਰ ਕਰਨ ਦੇ ਲਈ, ਨੀਚੋਂ ਉੱਚ ਤੇ ਉੱਚਿਆਂ ਨੂੰ ਨੀਵੇਂ ਬਰਾਬਰ ਕਰਨ ਦੇ ਲਈ ਇੱਕ ਹੁਕਮ ਦਿੱਤਾ ਸੀ ਕਿ ਜਿਹੜਾ ਵੀ ਸਾਡੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ। ਪਰ ਇਹ ਰਾਜਾ ਸੀਗਾ, ਇਹਨੂੰ ਸਿੱਧਾ ਹੀ ਅੰਦਰ ਲੈ ਗਏ ਔਰ ਪਾਤਸ਼ਾਹ ਕਹਿੰਦੇ ਬਈ ਰਾਜਾ ਸਾਹਿਬ ਪ੍ਰਸ਼ਾਦਾ ਛਕਿਆ ਲੰਗਰ 'ਚ ਬਹਿ ਕੇ ਪਹਿਲਾਂ? ਕਹਿਣ ਲੱਗਿਆ ਜੀ ਮੈਨੂੰ ਪਤਾ ਨਹੀਂ ਸੀਗਾ, ਇਸ ਕਰਕੇ ਮੈਂ ਸਿੱਧਾ ਹੀ ਆ ਗਿਆ। ਕਹਿੰਦੇ ਚਲੋ ਪਹਿਲਾਂ ਲੰਗਰ 'ਚੋਂ ਪ੍ਰਸ਼ਾਦਾ ਛਕਦੇ ਹਾਂ। ਕਹੋ ਸਤਿਨਾਮ ਸ੍ਰੀ। ਜਿਸ ਲੰਗਰ ਦੇ ਵਿੱਚ ਗੁਰੂ ਪਿਆਰਿਓ ਸਾਰੇ ਹੀ ਬਰਾਬਰ ਬੈਠੇ ਹਨ, ਪੱਟੀਆਂ ਵਿਛੀਆਂ ਹੋਈਆਂ, ਜੋ ਸਿਸਟਮ ਹੁਣ ਚੱਲ ਰਿਹਾ ਗੁਰੂ ਘਰਾਂ ਦੇ ਵਿੱਚ ਅੱਜ ਵੀ, ਪਹਿਲੇ ਪੰਗਤ ਪਾਛੇ ਸੰਗਤ। ਪਹਿਲਾਂ ਪੰਗਤ ਵਿੱਚ ਜਾ ਕੇ ਬੈਠੋ ਔਰ ਫਿਰ ਸੰਗਤ ਦਾ ਅਸਰ ਹੋਵੇਗਾ। ਪੰਗਤ ਵਿੱਚ ਬੈਠ ਕੇ ਸਾਡਾ ਮਨ ਕੰਟਰੋਲ 'ਚ ਆਵੇਗਾ, ਨੀਵਾਂ ਹੋਵੇਗਾ, ਹੰਕਾਰ ਫਤੂਰ ਪਦਵੀਆਂ ਦਾ ਨਿਕਲ ਜਾਵੇਗਾ, ਫੇਰ ਹੀ ਗੱਲ ਸਮਝ ਆਵੇਗੀ ਨਾ। ਜੇ ਬੰਦੇ ਅੰਦਰ ਇਹੀ ਹੰਕਾਰ ਰਿਹਾ, ਮੈਂ ਰਾਜਾ, ਮੈਂ DSP, ਮੈਂ SSP, ਜਿਵੇਂ ਇਹ ਵੋ ਕੁਝ ਵੀ, ਤਾਂ ਫਿਰ ਬਾਣੀ ਪੱਲੇ ਨਹੀਂ ਪੈਂਦੀ। ਕੋ ਸਤਨਾਮ ਸ੍ਰੀ। ਤੋ ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਬਾਦਸ਼ਾਹ ਫਿਰ ਪੰਗਤ ਵਿੱਚ ਬੈਠਾ ਜਾ ਕੇ, ਔਰ ਜਿਸ ਵੇਲੇ ਰਾਜੇ ਨੂੰ ਭੋਜਨ ਦਿੱਤਾ ਗਿਆ, ਭੋਜਨ ਛਕਿਆ, ਬੜਾ ਸਵਾਦਲਾ ਸੀ। ਪਰ ਇਸ ਦੇ ਮਨ ਵਿੱਚ ਇੱਕ ਫੁਰਨਾ ਆ ਗਿਆ ਵੀ ਯਾਰ ਸੰਗਤ ਦਾ ਪ੍ਰਸ਼ਾਦਾ ਇਤਨਾ ਸਵਾਦ ਹੈ ਤੇ ਗੁਰੂ ਸਾਹਿਬ ਦਾ ਪ੍ਰਸ਼ਾਦਾ ਤਾਂ ਫਿਰ ਇਦੋਂ ਵੀ ਸਵਾਦ ਹੋਵੇਗਾ। ਕਿਉਂਕਿ ਰਾਜਿਆਂ ਦਾ ਖਿਆਲ ਹੁੰਦਾ, ਰਾਜਿਆਂ ਦੇ ਥਾਲੀਆਂ ਵਧੀਆ ਲੱਗੀਆਂ ਹੁੰਦੀਆਂ, ਜਨਤਾ ਜੋ ਮਰਜ਼ੀ ਖਾਵੇ। ਪਰ ਗੁਰੂ ਸਾਹਿਬ ਦੇ ਪ੍ਰਥਾਏ ਉਸਨੇ ਜਦ ਇਹ ਸੋਚਿਆ ਵੀ ਜਨਤਾ ਨਾਲੋਂ ਜਿਵੇਂ ਸਾਡਾ ਪ੍ਰਸ਼ਾਦਾ ਵਧੀਆ ਹੁੰਦਾ, ਐਵੇਂ ਸੰਗਤ ਨਾਲੋਂ ਗੁਰੂ ਦਾ ਪ੍ਰਸ਼ਾਦਾ ਇਦੋਂ ਵੀ ਵਧੀਆ ਹੋਵੇਗਾ। ਔਰ ਇਸਨੇ ਬੇਨਤੀ ਕੀਤੀ, ਮਹਾਰਾਜ ਬਹੁਤ ਸਵਾਦਲਾ ਪ੍ਰਸ਼ਾਦ ਹੈ। ਕਹਿੰਦੇ ਆਹੋ ਭਾਈ। ਕਹਿਣ ਲੱਗਿਆ ਮਹਾਰਾਜ ਤੁਹਾਡੇ ਪ੍ਰਸ਼ਾਦ ਵਿੱਚੋਂ ਮੈਨੂੰ ਤੁਹਾਡਾ ਸ਼ੀਤ ਪ੍ਰਸ਼ਾਦ ਮਿਲ ਜਾਵੇ। ਤਾਂ ਸਤਿਗੁਰੂ ਅਮਰਦਾਸ ਜੀ ਜੋ ਛਕ ਰਹੇ ਸੀਗੇ ਅਲੂਣਾ ਪ੍ਰਸ਼ਾਦਾ, ਭਾਵ ਲੂਣ ਨਹੀਂ ਸੀ ਪਾਉਂਦੇ, ਉਹਨੂੰ ਅਲੂਣਾ ਓਗਰਾ ਕਹਿੰਦੇ ਆ, ਲੂਣ ਤੋਂ ਵੀ ਬਗੈਰ। ਤੇ ਕਹਿੰਦੇ ਉਹ ਪ੍ਰਸ਼ਾਦਾ ਪਾਤਸ਼ਾਹ ਜੀ ਨੇ ਜਦੋਂ ਇਸ ਰਾਜੇ ਨੂੰ ਖਾਣ ਲਈ ਦਿੱਤਾ ਤੇ ਉਹ ਹੈਰਾਨ ਹੋ ਗਿਆ। ਬੜਾ ਸਾਦਾ ਜਿਹਾ ਭੋਜਨ ਹੈ, ਪਰ ਜਦੋਂ ਉਸਨੇ ਕਹਿੰਦੇ ਪਹਿਲੀ ਬੁਰਕੀ ਮੁੱਖ ਵਿੱਚ ਪਾਈ ਤੇ ਉਸ ਨੂੰ ਲੂਣ ਦਾ ਸਵਾਦ ਆਇਆ। ਜਦ ਦੂਸਰੇ ਵਾਰ ਛਕਿਆ ਤੇ ਮਿੱਠੇ ਪ੍ਰਸ਼ਾਦੇ ਦਾ ਸਵਾਦ ਆਇਆ ਉਸ ਨੂੰ। ਇਸੇ ਤਰ੍ਹਾਂ ਹੀ ਉਹ ਜਿਵੇਂ ਜਿਵੇਂ ਬੁਰਕੀਆਂ ਬਦਲਦਾ ਜਾ ਰਿਹਾ, ਛਕਦਾ ਜਾ ਰਿਹਾ, 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਉਹਨੂੰ ਉਸ ਅਲੂਣੇ ਪ੍ਰਸ਼ਾਦ ਚੋਂ ਭੋਜਨ ਚੋਂ ਆਇਆ ਜਦੋਂ, ਤੇ ਸਤਿਗੁਰਾਂ ਦੇ ਚਰਨੀ ਪੈ ਗਿਆ ਔਰ ਬੜਾ ਬਿਸਮਾਦ ਹੋ ਗਿਆ। ਕਿਉਂਕਿ ਗੁਰੂ ਸਾਹਿਬ ਨੇ ਉਹ ਤੇ ਕਿਰਪਾ ਦ੍ਰਿਸ਼ਟੀ ਪਾ ਕੇ ਕਿਰਪਾ ਵੀ ਕੀਤੀ ਆ। ਜਦੋਂ ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਰਾਜਾ ਸੀ ਬੜਾ ਹੀ ਖੁਸ਼ ਹੋਇਆ, ਆਨੰਦ ਆਇਆ ਉਹਨੂੰ, ਔਰ ਉਸਨੇ ਕਿਹਾ ਕਿ ਮਹਾਰਾਜ ਲੰਗਰ ਦੇ ਵਿੱਚ ਮੈਂ ਕੁਝ ਸੇਵਾ ਕਰਨੀ ਚਾਹੁੰਦਾ ਹਾਂ। ਇਹ ਲੰਗਰ ਦੇ ਵਿੱਚ ਜੋ ਅੱਜ ਤੱਕ ਰਾਸ਼ਨ ਪੱਕਦਾ ਹੈ ਮੈਂ ਖਜ਼ਾਨੇ ਤੋਂ ਭੇਜਿਆ ਕਰਾਂ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਅਸੀਂ ਰਾਜਿਆਂ ਦੇ ਖਜ਼ਾਨੇ ਚੋਂ ਭੋਜਨ ਨਹੀਂ ਲੈਣਾ, ਇਹ ਲੰਗਰ ਤਾਂ ਸੰਗਤ ਹੀ ਚਲਾ ਸਕਦੀ ਹੈ। ਔਰ ਸਤਿਗੁਰਾਂ ਦੀ ਸਾਦਗੀ, ਸਬਰ, ਸੰਤੋਖ ਦੇਖ ਕੇ ਰਾਜਾ ਇੰਨਾ ਹੈਰਾਨ ਹੋਇਆ ਕਿ ਸਤਿਗੁਰਾਂ ਦੇ ਦਰ ਤੇ ਗਲੀ 'ਚ ਰਸਤੇ ਤੇ ਰਾਸ਼ਨ ਦੇ ਗੱਡੇ ਭਰੇ ਖੜੇ ਰਹਿੰਦੇ ਤੇ ਕਦੇ ਸਤਿਗੁਰਾਂ ਨੇ ਉਹਨਾਂ ਨੂੰ ਇਹ ਨਹੀਂ ਸੀ ਕਿਹਾ ਕਿ ਸਾਰਾ ਅੰਦਰ ਲਾ ਦਿਓ, ਜਿੰਨਾ ਰੋਜ਼ ਪੱਕਦਾ ਬਸ ਓਨਾ ਹੀ ਸੰਗਤਾਂ ਦਾ ਪ੍ਰਵਾਨ ਕਰਨਾ, ਬਾਕੀ ਉਡੀਕਦੇ ਰਹਿੰਦੇ ਸਾਡੀ ਕਦੋਂ ਵਾਰੀ ਆਵੇਗੀ। ਕਹਿੰਦੇ ਬਾਦਸ਼ਾਹ ਅਕਬਰ ਨੇ ਬੇਨਤੀ ਜਦ ਕੀਤੀ ਕਿ ਮਹਾਰਾਜ ਇਹ ਲੰਗਰ ਦਾ ਜਿਹੜਾ ਸੇਵਾ ਹੈ ਇਹ ਮੈਂ ਆਪਣੇ ਖਜ਼ਾਨੇ 'ਚੋਂ ਭੇਜਾਂ। ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ, ਅਸੀਂ ਕਿਸੇ ਇੱਕ ਮਨੁੱਖ ਦਾ ਜਿਹੜਾ ਹੈ ਹਿੱਸਾ ਨਹੀਂ ਲੈਣਾ। ਕੱਲ ਨੂੰ ਤੇਰੇ ਪੁੱਤਰ ਜਿਹੜੇ ਹਨ ਉਹ ਮੁੱਕਰ ਜਾਣ ਫਿਰ ਕੀ ਬਣੇਗਾ, ਇਹ ਤਾਂ ਸੰਗਤ ਹੀ ਚਲਾਵੇਗੀ, ਅਸੀਂ ਐਸੀ ਰੀਤ ਨਹੀਂ ਪਾਉਣੀ।
ਔਰ ਜਿਤਨਾ ਰਾਸ਼ਨ ਲੰਗਰ ਇੱਕ ਦਿਨ ਪੱਕਦਾ ਹੈ ਉਹ ਸ਼ਾਮਾਂ ਤੱਕ ਗੁਰੂ ਪਿਆਰਿਓ ਵਰਤਦਾ ਰਹਿੰਦਾ, ਤੇ ਜਦ ਬਚ ਜਾਂਦਾ ਤੇ ਬਚਿਆ ਜਿਹੜਾ ਹੈ ਗੁਰੂ ਘਰ ਦੇ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ। ਉਹਨਾਂ ਤੋਂ ਵੀ ਜੇ ਵੱਧ ਜਾਂਦਾ ਤੇ ਫਿਰ ਬਿਆਸਾ ਦਰਿਆ ਦੇ ਜਲ ਜੰਤੂਆਂ ਨੂੰ ਪਾ ਦਿੱਤਾ ਜਾਂਦਾ। ਇਸ ਤਰ੍ਹਾਂ ਚੱਲਦਾ ਸੀ। ਤੇ ਰਾਜੇ ਨੇ ਜਦ ਬੇਨਤੀ ਕੀਤੀ, ਪਾਤਸ਼ਾਹ ਜੀ ਨੇ ਨਾ ਕਰ ਦਿੱਤੀ ਵੀ ਨਹੀਂ ਭਾਈ ਇਹ ਤਾਂ ਗੁਰੂ ਕੀਆਂ ਸੰਗਤਾਂ ਹੀ ਚਲਾ ਸਕਦੀਆਂ। ਤੇ ਫਿਰ ਉਸਨੇ ਬੇਨਤੀ ਕੀਤੀ, ਮਹਾਰਾਜ ਬੱਚੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਹੁਣ ਤੁਸੀਂ ਇਹ ਬਚਨ ਨਾ ਮੇਰਾ ਮੋੜਿਓ, ਮੈਂ ਬੀਬੀ ਭਾਨੀ ਨੂੰ ਪਿਆਰ ਦੇ ਦੇਵਾਂ। ਕਹੋ ਸਤਨਾਮ ਸ੍ਰੀ। ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਮੈਂ ਚਾਹੁੰਦਾ ਹਾਂ ਇਸ ਬੱਚੀ ਨੂੰ ਕੁਝ ਪਿਆਰ ਦੇ ਦੇਵਾਂ। ਕਹਿੰਦੇ ਤੇਰੀ ਮਰਜ਼ੀ ਹੈ। ਤਾਂ ਉਸਨੇ ਉਸ ਵੇਲੇ ਕਾਗਜ਼ ਲੈ ਕੇ 1000 ਘੁਮਾਂ ਦਾ ਇੱਕ ਪਟਾ ਬੀਬੀ ਭਾਨੀ ਦੇ ਨਾਂ ਲਿਖ ਕੇ ਫੜਾ ਦਿੱਤਾ। ਕਹੋ ਸਤਨਾਮ ਸ੍ਰੀ। ਇਹ ਮੈਂ ਇਸ ਬੱਚੀ ਨੂੰ ਪਿਆਰ ਦਿੰਦਾ ਹਾਂ। ਤੇ ਜਿਸ ਵੇਲੇ ਗੁਰੂ ਪਿਆਰਿਓ ਉਹ ਪਟਾ ਲਿਖਿਆ ਹੋਇਆ ਕਾਗਜ਼ ਜਿਹੜਾ ਹੈ ਸਤਿਗੁਰੂ ਅਮਰਦਾਸ ਜੀ ਨੇ ਲਿਆ ਔਰ ਉਹਨੂੰ ਰੱਖ ਦਿੱਤਾ। ਅੱਗੇ ਬਤੀਤਦਾ ਗਿਆ, ਸਮਾਂ ਆਇਆ ਤੇ ਬੀਬੀ ਭਾਨੀ ਜੀ ਦੀ ਸ਼ਾਦੀ ਹੋਈ। ਉਹ ਜਿਹੜਾ 1000 ਘੁਮਾਂ ਦਾ ਪਟਾ ਸੀ ਉਹ ਅੰਮ੍ਰਿਤਸਰ ਦਾ ਇਲਾਕਾ ਸੀ ਸਾਰਾ। ਕਹੋ ਸਤਨਾਮ ਸ੍ਰੀ। ਔਰ ਗੁਰੂ ਪਿਆਰਿਓ ਇਹ ਰਾਜੇ ਨੇ ਦੇਣਾ ਹੀ ਸੀ, ਕਿਉਂਕਿ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨ ਆਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਕਿਸ ਵੇਲੇ ਬੇਦੀਆਂ ਤੇ ਸੋਢੀਆਂ ਨੇ ਗੁਰੂ ਪਿਆਰਿਓ ਇਹ ਬਚਨ ਕੀਤੇ ਸਨ। ਜੇ ਪਿੱਛੇ ਜਾਈਏ ਤੇ ਬੜੀ ਲੰਬੀ ਕਹਾਣੀ ਹੈ। 2 ਰਾਜੇ ਹੋਏ ਹਨ ਹਿੰਦੁਸਤਾਨ ਦੇ ਵਿੱਚ, ਇੱਕ ਲਾਹੌਰ ਦਾ ਕਾਲਕੇਤ ਤੇ ਕਾਲ ਰਾਏ। ਨਵੀ ਸਭ ਜੀਤੇ ਕੁਸ਼ੀ ਸਭ ਹਾਰੇ, ਭਾਵ ਰਾਮਚੰਦਰ ਦੀ ਅੱਗੇ ਵੰਸ਼ ਹੋਈ, ਲਾਭਤੇ ਕੁਛ ਉਹਨਾਂ ਦੇ ਅੱਗੇ ਰਾਜੇ ਹੋਏ। ਇਹਨਾਂ ਦੀਆਂ ਲੜਾਈਆਂ ਹੋਈਆਂ। ਇਹ ਕਾਲਕੇਤ ਤੇ ਕਾਲ ਰਾਏ ਇਹ ਦੋਨੇ ਉਹਨਾਂ ਦੇ ਪੁੱਤਰ ਸਨ। ਇੱਕ ਕਸੂਰ ਤੇ ਲਾਹੌਰ ਦੇ ਰਾਜੇ ਸਨ। ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਹੋਈਆਂ। ਲੜਾਈਆਂ ਹੋਣ ਤੋਂ ਬਾਅਦ ਗੁਰੂ ਪਿਆਰਿਓ ਇਹਨਾਂ ਨੇ ਇੱਕ ਦੂਜੇ ਦਾ ਰਾਜ ਖੋਹਣਾ ਸ਼ੁਰੂ ਕੀਤਾ। ਪਹਿਲਾਂ ਲਾਹੌਰ ਵਾਲਿਆਂ ਨੂੰ ਕਸੂਰ ਵਾਲਿਆਂ ਨੇ ਹਰਾ ਦਿੱਤਾ ਤੇ ਉਹ ਸਾਰੇ ਭਜਾ ਦਿੱਤੇ, ਕੁਝ ਮਾਰ ਦਿੱਤੇ, ਬਚੇ ਹੋਏ ਭੱਜ ਗਏ। ਤੇ ਉਹ ਜਾ ਕੇ ਸਨੌੜ ਸ਼ਹਿਰ, ਇੱਕ ਜਿਹੜਾ ਰਾਜਕੁਮਾਰ ਕੋਈ ਬਚਿਆ ਉਹਨਾਂ ਦੇ ਵਿੱਚੋਂ ਸਨੌੜ ਸ਼ਹਿਰ ਗਿਆ। ਸਨੌੜ ਸ਼ਹਿਰ ਦੇ ਰਾਜੇ ਦੀ ਧੀ ਸੀ, ਉਹਦੇ ਪੁੱਤਰ ਨਹੀਂ ਸੀ। ਉਹਨੇ ਉਸ ਰਾਜਕੁਮਾਰ ਨੂੰ ਸਮਝ ਕੇ ਜਾਣ ਕੇ ਆਪਣੀ ਲੜਕੀ ਉਹਦੇ ਨਾਲ ਵਿਆਹ ਕੇ ਉੱਥੋਂ ਦਾ ਰਾਜ ਦੇ ਦਿੱਤਾ। ਉਹਨੂੰ ਸਨੌਡੀ ਕਹਿਣ ਲੱਗੇ। ਸਨੌਡੀ ਤੋਂ ਹੌਲੀ ਹੌਲੀ ਸੋਢੀ ਬਣ ਗਿਆ, ਜਿੱਥੋਂ ਰਾਮਦਾਸ ਪਾਤਸ਼ਾਹ ਜੀ ਪ੍ਰਗਟ ਹੋਏ ਆ। ਕਹੋ ਸਤਨਾਮ ਸ੍ਰੀ। ਸੋਢੀ ਬਣ ਗਿਆ। ਹੁਣ ਉਹ ਸਨੌਡੀਆਂ ਨੇ ਗੁਰੂ ਪਿਆਰਿਓ ਜਦੋਂ ਆਪਣੀ ਬੈਕਗਰਾਉਂਡ ਦੇਖੀ ਵੀ ਸਾਡਾ ਤਾਂ ਇਲਾਕਾ ਮਹਾ ਪੰਜਾਬ ਹੈ, ਲਾਹੌਰ ਸਾਡਾ ਰਾਜਧਾਨੀ ਸੀ, ਉਹ ਇਲਾਕਾ ਸਾਡਾ ਹੈ, ਸਾਥੋਂ ਖੋਇਆ ਹੋਇਆ ਹੈ। ਉਹਨਾਂ ਨੇ ਫਿਰ ਗੁਰੂ ਪਿਆਰਿਓ ਉੱਥੋਂ ਫੌਜ ਲਈ ਤੇ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੂੰ ਭਜਾ ਦਿੱਤਾ। ਤੇ ਲਾਹੌਰ ਦੇ ਵਿੱਚ ਜਿਹੜਾ ਸੀਗਾ ਰਾਮਦਾਸ ਜੀ ਦੀਆਂ ਵੱਡੀਆਂ ਕੁੱਲਾਂ, ਉਤਲੀਆਂ ਕੁੱਲਾਂ ਰਾਜ ਕਰਨ ਲੱਗੀਆਂ। ਔਰ ਕਸੂਰ ਵਾਲੇ ਲਾਹੌਰ ਵਾਲੇ ਜਿਹੜੇ ਭਜਾਏ ਸੀ, ਕੁਝ ਮਰ ਗਏ ਲੜਾਈ ਦੇ ਵਿੱਚ, ਕੁਝ ਬਚ ਗਏ ਤੇ ਇਹ ਪਹੁੰਚ ਗਏ ਹਰਿਦੁਆਰ ਦੇ ਵੱਲ। ਤਾਂ ਗੁਰੂ ਪਿਆਰਿਓ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਵੇਦਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਵੇਦਾਂ ਦੀ ਕਥਾ ਕਰਨੀ ਸ਼ੁਰੂ ਕੀਤੀ। ਹੁਣ ਉਹਨਾਂ ਨੂੰ ਲੋਕ ਬੇਦੀ ਕਹਿਣ ਲੱਗੇ। ਕਹੋ ਸਤਨਾਮ ਸ੍ਰੀ। ਇਸ ਤਰ੍ਹਾਂ ਬੇਦੀਆਂ ਨੇ ਥਾਂ ਥਾਂ ਤੇ ਜਾ ਕੇ ਵੇਦਾਂ ਦਾ ਪ੍ਰਚਾਰ ਕਰਨਾ। ਜਿਵੇਂ ਅਸੀਂ ਗੁਰਬਾਣੀ ਦੀ ਕਥਾ ਕਰਦੇ ਹਾਂ, ਵੇਦਾਂ ਦੀ ਕਥਾ ਕਰਦੇ। ਤੇ ਚੰਗੇ ਰਾਜੇ ਜਿਹੜੇ ਹੁੰਦੇ ਆ ਆਪਣੀ ਜਨਤਾ ਦੇ ਭਲੇ ਵਾਸਤੇ ਧਰਮ ਦੇ ਕਾਰਜ ਕਰਦੇ ਰਹਿੰਦੇ ਆ। ਤਾਂ ਗੁਰੂ ਪਿਆਰਿਓ ਉਹਨਾਂ ਬੇਦੀਆਂ ਨੇ ਇੱਥੇ ਆ ਕੇ ਜਦ ਪ੍ਰਚਾਰ ਕੀਤਾ ਲਾਹੌਰ ਦੇ ਇਲਾਕੇ 'ਚ, ਤਾਂ ਜਿਹੜਾ ਉਸ ਵੇਲੇ ਦੇ ਲੋਕ ਸਨ, ਜਦ ਪ੍ਰਚਾਰ ਕੀਤਾ ਤਾਂ ਉਹ ਰਾਜੇ ਨੇ ਜੋ ਉਸ ਵੇਲੇ ਸੋਢੀ ਰਾਜਾ ਸੀ, ਕਾਲਕੇ ਤੋਂ ਬਾਹਰ ਤੇ ਗੁਰੂ ਰਾਮਦਾਸ ਜੀ ਤੋਂ ਪਹਿਲਾਂ, ਤਾਂ ਗੁਰੂ ਪਿਆਰਿਓ ਉਸ ਰਾਜੇ ਨੇ ਇਹਨਾਂ ਨੂੰ ਵੇਦਾਂ ਦੀ ਕਥਾ ਕਰਨ ਵਾਸਤੇ ਕਿਹਾ ਵੀ ਸਾਡੇ ਇਲਾਕੇ ਵਿੱਚ ਵੀ ਧਰਮ ਦਾ ਪ੍ਰਚਾਰ ਕਰੋ ਭਾਈ, ਵੇਦਾਂ ਦਾ। ਉਹਨਾਂ ਨੇ ਕਥਾ ਸੁਣਾਈ। ਕਹਿੰਦੇ 4 ਵੇਦਾਂ ਜਾਂ 3 ਵੇਦਾਂ ਦੀ ਕਥਾ ਸੁਣਾਈ ਤੇ ਉਹ ਮੌਕੇ ਦਾ ਰਾਜਾ ਬੜਾ ਖੁਸ਼ ਹੋਇਆ। ਔਰ ਖੁਸ਼ੀ ਵਿੱਚ ਆ ਕੇ ਉਹ ਕਹਿਣ ਲੱਗਿਆ ਤੁਸੀਂ ਰਾਜ ਸਾਂਭੋ।
बेदी कहन लगे भी असी राज की करना, असी तो प्रचार करना अपने वेदां दा। वो सोढ़ी राजा कहन लग्या भी नहीं, मैं तुहाडे तो कथा सुनी है, कथा सुन के मैनू ज्ञान आया ते बंदे नू भगती करनी चाहिदी है। मैं चलिया छड्ड के देश, तुसी अपना राज संभो। मैं तुहानू यह प्यार दे विच दान दे विच देना। ते बेदी कहन लगे भी गल यह भी राज असी चल तुसी बहुला कहने हो लै लैने आ, पर असी 3 कुल्ला राज करांगे। 3 वेदां दी कथा सुन के तुहानू ज्ञान हो गया, असी 3 कुल्ला राज करांगे। उन्हां बेदियां दी कुल विच अगे जाके धन धन श्री गुरु नानक देव जी पैदा होए। 3 बेदियन की कुल विखे प्रगटे नानक राय, सब सिखण को सुख दे जय तै पै सहाय। तो गुरु नानक देव जी फिर अकाल पुरख नानक दे रूप विच बेदी कुल विच आए। आप नरैन कला धार जग में परवरिओ। गुरु नानक देव महाराज जी ने प्रचार करना शुरू किया, सिੱਖੀ ਦਾ संसार नूं मार्गदर्शन दिता सही। फिर उन्हां दी गुरमत मुताबक अध्यात्म मुताबक दूसरी कुल बनती है गुरु अंगद देव जी। साढ़े 2 जन्म हुंदे आ, एक जन्म माँ प्यो राही, वो माँ प्यो की जात पात हुंदी है। एक जन्म जिहड़ा गुरु के शब्द राही हुंदा है, उहदी कोई जात नहीं हुंदी। वैसे गुरु नानक देव जी का दूसरी कुल इस तरह बनती है गुरु अंगद देव जी महाराज। उन्होंने ने फिर प्रचार किया ते उन्हां तो तीसरी कुल बनती है गुरु प्यारिओ धन धन श्री गुरु अमरदास जी महाराज। मानो ये 3 कुल्ला नानक ने राज किया। हुण आ गया तीजे पातशाह जी दे कोले ओ राज। ते इधर जिहड़ा पहला बचन होया सी बेदियां सोढ़ियां दा, वो बचन का भी समा आ गया। ते ओ गुरु प्यारिओ ओ बचन पूरा कराया फिर मौके दे राजे अकबर दे कोलों को सतनाम श्री, जिसने ओ राज भाग वापस देना ही सी। दिता लईए अपना अन दिता कि हथ न आवे। उधरों राजे ने ओ दे दिती जमीन, 1000 कमाओ 1000 किला लिख के बीबी भानी नूं दे दिती। धरती आ गई है राज भाग वाली। दूजे पासे बीबी भानी जी दी जब शादी हुई है ते उस वेले इन्हां दी माता गुरु अमरदास जी दी अर्धंगनी उन्हां दे महल एक दिन कार सेवा चल रही है गोविंदवाल साहब विखे बौली साहब दी। ते बौली साहब दी सेवा करदियां होइयां उन्हां दे कोल माता जी आके खड़ गए। अपने पति अमरदास जी नूं कहन लगे अपनी लड़की विआहण योग हो गई है, हुण इहदी किते शादी कर दईए आपां, कोई चंगा बच्चा देखो। तो इउं गल्लां करदे करदे पातशाह गुरु अमरदास जी कहन लगे किदां दा बच्चा होवे। कहन लगे जी जिहड़ा वो बच्चा चक्की आउंदा टोकरी जी कोई इहो जिहा, वो कुदरती खुद सोढ़ी पातशाह रामदास जी सी को सतनाम सी। ते गुरु अमरदास जी अपनी दिव्य दृष्टि नाल सोच के कहन लगे फिर इहदे वर्गा तो इहो ही है, इहदे वर्गा होर नहीं हैगा को सतनाम सी। और उसे बच्चे नूं भाव सोढ़ी पातशाह जेठा जी जिन्हां दा पहला नाम है, ये भी लाहौर दे आ। पिछे जाइए आपां, ये भी लाहौर दे ना। तो इन्हां नूं अपने कोल बुलाया और अपने कोल जद बुलाया पुछया पुत्र कित्थों आउणा। महाराज जी मैं लाहौर दा। अच्छा ते कित्थे रहना। कहंदे जी हुण तां मैं नानी कोल रहिंदा सीगा, आ पिछे जो आप जी दा ही पिंड है उत्थे। अच्छा माता पिता कहे माता पिता गुजर गए। अच्छा चल ठीक है, तेरे नाल अपनी लड़की की शादी करदे आ। बस इन्नी गलबात हुई ते दोनों बच्चों की शादी कर दी। समा बतीत हुंदा गया। जेठा जी इस घर दे जवाई बनन तो बाद भी सेवकां दी तरह सेवा करते रहे। उस तरह गोइंदवाल साहब ही रहिंदे रहे सतगुरां दी हजूरी च। उस तो बाद अगे चल के जब समा आया गुरता गद्दी देण दा, तां उस वेले फिर की होया। सतगुरु अमरदास महाराज जी इतिहास तो बड़ा लंबा चौड़ा, मैं मेन मेन गल करा तो उन्होंने परख की ते परख करदियां अपने दोनों जवाइयां चो जेठा ते रामा उन्हां दे विचों संगतां जजमेंट कराया कि जेठा ही गद्दी दे लायक है। जब सड़ियां वाली कहानी बीती सारी, उस तो बाद गुरु प्यारो इन्हां नूं गुरता गद्दी दी बख्शिश कर दिती। पर उस तो पहला इन्हां नूं एक हुक्म लाया, पुत्र तेरी शादी हो गई है,
ਆ ਤੇਰੀ ਘਰਵਾਲੀ ਭਾਨੀ ਦੇ ਨਾਂ ਤੇ ਕੁਝ ਜ਼ਮੀਨ ਆ ਤੇ ਉੱਥੇ ਜਾ ਕੇ ਆਪਣੇ ਘਰ ਬਣਾਓ। ਇਹ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਸੇਵਾ ਕਰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ। ਕੋ ਸਤਨਾਮ ਸੀ। ਇਹ ਸਾਰਾ ਜੰਗਲ ਸੀਗਾ। ਵੱਲਾ ਡੱਲਾ ਤੇ ਇੱਕ ਹੋਰ ਪਿੰਡ ਹੈ। ਇਹਨਾਂ ਤਿੰਨਾਂ ਪਿੰਡਾਂ ਦੇ ਵਿਚਾਲੇ ਹਜ਼ਾਰਾਂ ਘਮਾਂ ਦਾ ਟੱਪ ਸੀ। ਇੱਥੇ ਆ ਕੇ ਗੁਰੂ ਰਾਮਦਾਸ ਜੀ ਨੇ ਸੇਵਾਦਾਰ ਦੇ ਰੂਪ 'ਚ ਟੱਕ ਲਾਇਆ ਸੀਗਾ ਵੀ ਉੱਥੇ ਇੱਕ ਨਾ ਅੰਮ੍ਰਿਤ ਦਾ ਕੁੰਡ ਹੈ, ਉਹਨੂੰ ਪ੍ਰਗਟ ਕਰੋ। ਕੋ ਸਤਨਾਮ ਸੀ। ਜਦ ਇਹਨਾਂ ਨੇ ਉਹ ਟੱਕ ਲਾਇਆ ਤੇ ਉਹ ਟੱਕ ਲੱਗ ਗਿਆ ਸੰਤੋਖਸਰ ਵਾਲੇ ਸਰੋਵਰ ਦਾ। ਔਰ ਫਿਰ ਕੀ ਹੋਇਆ, ਇੱਕ ਟੱਕ ਹੋਰ ਲਾਇਆ ਇਹਨਾਂ ਨੇ। ਉਹ ਜਦ ਜ਼ਮੀਨ ਪੱਟਣੀ ਆਰੰਭ ਕੀਤੀ, ਧਰਤੀ ਖੋਦਣੀ ਸ਼ੁਰੂ ਕੀਤੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਵਾਪਸ ਬੁਲਾ ਲਿਆ, ਕਿਉਂਕਿ ਸਮਾਂ ਆ ਗਿਆ ਸੀ ਗੱਦੀ ਦੇਣ ਦਾ। ਇਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ ਔਰ ਇਹਨਾਂ ਨੂੰ ਦੁਬਾਰਾ ਫੇਰ ਉੱਥੇ ਭੇਜਤਾ। ਕਹਿੰਦੇ ਪੁੱਤਰ ਉਹ ਜ਼ਮੀਨ ਤੁਹਾਡੀ ਹੈ, ਮਾਝੇ ਦੇ ਇਲਾਕੇ 'ਚ ਵੱਲੇ ਡੱਲੇ ਪਿੰਡਾਂ ਦੇ ਵਿਚਾਲੇ, ਹੁਣ ਉੱਥੇ ਹੀ ਆਪਣੀ ਰਿਹਾਇਸ਼ ਕਰੋ ਤੇ ਉੱਥੇ ਹੀ ਪ੍ਰਚਾਰ ਕਰੋ। ਉੱਥੇ ਜਾ ਕੇ ਰਾਮਦਾਸ ਮਹਾਰਾਜ ਜੀ ਨੇ ਗੁਰੂ ਪਿਆਰਿਓ ਉਹ ਸਰੋਵਰ ਜਿਸ ਨੂੰ ਟੱਕ ਲਾਇਆ ਸੀ ਉਹ ਬਣਾਉਣਾ ਸ਼ੁਰੂ ਕੀਤਾ। ਕੁਝ ਮਕਾਨ ਬਣੇ, ਕੁਝ ਮਹਿਲ ਬਣੇ, ਜਿਵੇਂ ਗੁਰਦੁਆਰਾ ਗੁਰੂ ਕੇ ਮਹਿਲ ਆ, ਉੱਥੇ ਰਿਹਾਇਸ਼ ਕੀਤੀ ਔਰ ਇੱਥੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਮਾਂ ਥੋੜਾ ਹੀ ਸੀਗਾ। ਉਸ ਸਮੇਂ ਦੇ ਅੰਦਰ ਅੰਦਰ ਜਿੰਨਾ ਕੰਮ ਹੋਇਆ ਤੇ ਹੁਣ ਕੀ ਹੋਇਆ, ਪਾਤਸ਼ਾਹ ਜੀ ਦਾ ਬਚਨ ਹੈ, ਰਾਮ ਰਾਜ ਰਾਮਦਾਸਪੁਰ ਕੀਨੋ ਗੁਰਦੇਵ। ਉਹ ਪਰਮੇਸ਼ਰ ਵਾਲਾ ਜਿਹੜਾ ਰਾਜ ਸੀਗਾ ਉਹ ਰਾਮਦਾਸ ਪਾਤਸ਼ਾਹ ਕੋਲ ਆ ਗਿਆ। ਸਮਾਂ ਬਤੀਤ ਹੁੰਦਾ ਗਿਆ ਔਰ ਇਹਨਾਂ ਨੇ ਅੱਗੇ ਗੁਰਤਾ ਗੱਦੀ ਆਪਣੇ ਪੁੱਤਰ ਅਰਜਨ ਦੇਵ ਜੀ ਨੂੰ ਦੇ ਦਿੱਤੀ ਔਰ ਇਹਨਾਂ ਨੂੰ ਵੀ ਉਹਨਾਂ ਨੇ ਉਹੀ ਡਿਊਟੀ ਲਾਈ ਕਿ ਪੁੱਤਰ ਇੱਥੇ ਕੋਈ ਅੰਮ੍ਰਿਤ ਕੁੰਡ ਹੈ, ਆਪਾਂ ਉਹਨੂੰ ਪ੍ਰਗਟ ਕਰਨਾ। ਮੈਨੂੰ ਗੁਰੂ ਪਿਤਾ ਦਾ, ਗੁਰੂ ਅਮਰਦਾਸ ਜੀ ਦਾ ਹੁਕਮ ਸੀਗਾ। ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਜਿਵੇਂ ਕਿਹਾ ਸੀ ਟੱਕ ਲਾਇਆ ਤੇ ਜਦ ਸਰੋਵਰ ਪਟਣਾ ਸ਼ੁਰੂ ਕੀਤਾ, ਉੱਥੋਂ ਸੰਤੋਖ ਰਿਸ਼ੀ ਨਿਕਲਿਆ। ਉਹ ਸੰਤੋਖਸਰ ਸਰੋਵਰ ਹੈ। ਹਜੀ ਉਹ ਸਰੋਵਰ ਦੀ ਪਟਾਈ ਚੱਲ ਹੀ ਰਹੀ ਸੀ ਕਿ ਬੀਬੀ ਰਜਨੀ ਤੇ ਉਹਦੇ ਪਤੀ ਦੀ ਲੜਾਈ ਵਾਲੀ ਘਟਨਾ ਘਟ ਗਈ। ਕੋ ਸਤਨਾਮ ਸੀ। ਜੋ ਬੀਬੀ ਰਜਨੀ ਨੂੰ ਉਸਦੇ ਚੌਧਰੀ ਪਿਤਾ ਨੇ ਹੰਕਾਰ ਦੇ ਵਿੱਚ ਆ ਕੇ ਗੁਰੂ ਪਿਆਰਿਓ ਤਿਆਗ ਦਿੱਤਾ ਸੀ ਤੇ ਕੋਹੜੀ ਨਾਲ ਵਿਆਹ ਦਿੱਤਾ ਸੀਗਾ। ਤੇ ਉਹ ਬੀਬੀ ਰਜਨੀ ਜਿਹੜੀ ਹੈ ਉਹ ਸੱਤ ਬਚਨ ਕਹਿ ਕੇ ਕੋਹੜੀ ਲੈ ਕੇ ਚਲੀ ਗਈ ਤੇ ਉਹ ਇੱਥੇ ਪਹੁੰਚ ਗਈ ਡੱਲੇ ਵੱਲੇ ਆਡੀ ਪਿੰਡਾਂ ਦੇ ਵਿਚਾਲੇ ਔਰ ਜੰਗਲ ਦੇ ਵਿੱਚ ਇੱਕ ਛਪੜੀ ਦੇ ਕਿਨਾਰੇ ਆਪਣੇ ਪਤੀ ਦੀ ਖਾਰੀ ਰੱਖ ਕੇ ਮੰਗਣ ਚਲੀ ਗਈ। ਮਗਰੋਂ ਐਸੀ ਘਟਨਾ ਹੋਈ, ਕਹਿੰਦੇ ਉਸ ਛਪੜੀ ਦੇ ਵਿੱਚ ਕੁਝ ਕਾਵਾਂ ਨੇ ਟੁੱਭੀ ਲਾਈ ਤੇ ਚਿੱਟੇ ਹੋ ਕੇ ਉੱਡ ਗਏ ਤੇ ਉਸ ਕੋਹੜੀ ਨੇ ਸੋਚਿਆ ਵੀ ਯਾਰ ਇਹਦੇ ਵਿੱਚ ਕੋਈ ਤਾਕਤ ਹੈ ਲੱਗਦਾ। ਉਹਨੇ ਉਹਦੇ ਵਿੱਚ ਡੁਬਕੀ ਲਾਤੀ, ਰੁੜ ਕੇ ਖਾਰੀ ਚੋਂ ਨਿਕਲ ਕੇ ਉਹਦੇ ਵਿੱਚ ਡਿੱਗ ਪਿਆ ਤੇ ਡਿੱਗਦਿਆਂ ਹੀ ਠੀਕ ਹੋ ਗਿਆ। ਕੋ ਸਤਨਾਮ ਸੀ। ਨੌ ਬਰਨੌ ਹੋ ਕੇ ਬਾਹਰ ਬਹਿ ਗਿਆ। ਟੋਕਰੀ ਮੁੱਧੀ ਮਾਰ ਕੇ, ਖਾਰੀ ਮੁੱਧੀ ਮਾਰ ਕੇ ਬੀਬੀ ਰਜਨੀ ਨੇ ਆ ਕੇ ਲੜਨਾ ਕੀਤਾ, ਮੇਰਾ ਪਤੀ ਕਿੱਥੇ ਆ? ਉਹ ਕੋਹੜੀ ਸੀਗਾ। ਉਹ ਕਹਿੰਦਾ ਮੈਂ ਹੀ ਤੇਰਾ ਪਤੀ ਆ। ਤਾਂ ਗੁਰੂ ਪਿਆਰਿਓ ਨਾ ਮੰਨੇ ਤੇ ਉੱਥੇ ਸਿੱਖ ਕੁਝ ਲੱਕੜਾਂ ਚੁੱਕਦੇ ਫਿਰਦੇ ਸੀ। ਉਹਨਾਂ ਨੇ ਕਿਹਾ ਲੜਦੇ ਕਿਉਂ ਆ? ਕਹਿੰਦੇ ਆਹ ਗੱਲ ਹੋ ਗਈ। ਉਹ ਬੀਬੀ ਕਹਿੰਦੀ ਇਹਨੇ ਮੇਰਾ ਪਤੀ ਮਾਰਤਾ ਤੇ ਉਹ ਕਹਿੰਦਾ ਨਹੀਂ ਮੈਂ ਹੀ ਇਹਦਾ ਪਤੀ ਆ। ਉਹ ਸਿੱਖਾਂ ਨੇ ਫਿਰ ਦੱਸਿਆ ਵੀ ਇੱਥੇ ਗੁਰੂ ਅਰਜਨ ਦੇਵ ਜੀ ਸੰਤੋਖਸਰ ਸਰੋਵਰ ਦੀ ਸੇਵਾ ਕਰਵਾ ਰਹੇ ਨੇ, ਤੁਸੀਂ ਉੱਥੇ ਜਾ ਕੇ ਆਪਣਾ ਫੈਸਲਾ ਕਰਵਾ ਸਕਦੇ ਹੋ। ਦੋਨੇ ਉੱਥੇ ਆਏ, ਸਾਰੀ ਘਟਨਾ ਦੱਸੀ ਕੋਹੜੀ ਨੇ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਥਾਂ ਤਾਂ ਅਸੀਂ ਕਿੱਦਾਂ ਦੇ ਲੱਭਦੇ ਸੀ। ਅਸਲ ਵਿੱਚ ਉਹ ਛਪੜੀ ਵਾਲੇ ਥਾਂ ਤੇ ਗੁਰੂ ਰਾਮਦਾਸ ਜੀ ਨੇ ਟੱਕ ਲਾਇਆ ਸੀ। ਕੋ ਸਤਨਾਮ ਸੀ। ਮਗਰੋਂ ਕੰਮ ਵਿਚਾਲੇ ਰਹਿ ਗਿਆ। ਫਿਰ ਮੀਹਾਂ ਦੇ ਨਾਲ ਉਹ ਮਿੱਟੀ ਵਾਪਸ ਵਿੱਚ ਪੈ ਗਈ ਤੇ ਉੱਥੇ ਟੋਹਾ ਜਿਹਾ ਬਣ ਗਿਆ, ਛਪੜੀ ਬਣ ਗਈ। ਅਸਲ ਵਿੱਚ ਉਹ ਅੰਮ੍ਰਿਤ ਕੁੰਡ ਉਹੀ ਸੀ ਜਿਹੜਾ ਰਾਮਦਾਸ ਜੀ ਨੇ ਟੱਕ ਲਾਤਾ ਸੀਗਾ। ਅੱਜ ਬੀਬੀ ਭਾਨੀ ਦੇ ਕਾਰਨ ਪ੍ਰਗਟ ਹੋ ਗਿਆ ਤੇ ਉਹ ਜਗ੍ਹਾ ਦੇ ਉੱਤੇ ਫਿਰ ਸਾਰੀ ਰਚਨਾ ਹਰਿਮੰਦਰ ਸਾਹਿਬ ਦੀ ਰਚੀ ਗਈ। ਗੁਰੂ ਅਰਜਨ ਦੇਵ ਜੀ ਨੇ ਬਾਕੀ ਦਾ ਕੰਮ ਪੂਰਾ ਕੀਤਾ। ਤਾਂ ਮਨੋਬਿਰਤੀਆਂ ਉੱਥੇ ਰੱਖੀਏ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਬੈਠੀਆਂ ਔਰ ਰਾਜਾ ਵੀ ਬੈਠਾ, ਬਾਦਸ਼ਾਹ ਅਕਬਰ। ਔਰ ਉਸ ਵੇਲੇ ਸਤਿਗੁਰਾਂ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਸੀ, ਕਹਿੰਦੇ ਜਿਸ ਦੀ ਕਥਾ ਆਪਾਂ ਹੁਣ ਆਰੰਭ ਕਰਦੇ ਹਾਂ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ। ਰਾਗ ਸ੍ਰੀ ਰਾਗ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇਹ ਅਸ਼ਟਪਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਉਹ ਪਰਮੇਸ਼ਰ ਇੱਕ ਹੈ। ਸ੍ਰਿਸ਼ਟੀ ਵਿੱਚ ਰਮਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਫਿਰ ਗੁਰੂ ਕੀ ਕਰਦਾ? ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਗੁਰੂ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਾਤ ਹੈ ਨਾ, ਨਾਨਕ ਹੈ ਘਰ ਕੇਵਲ ਨਾਮ। ਦੋ ਚੀਜ਼ਾਂ ਗੁਰੂ ਦੇ ਘਰ ਵਿੱਚ ਖਾਸ ਵੰਡੀਆਂ ਜਾਂਦੀਆਂ, ਪਰ ਲੈਂਦੇ ਬਿਰਲੇ ਬਿਰਲੇ ਹੈ। ਅਸੀਂ ਸੰਸਾਰੀ ਵਸਤੂਆਂ ਮੰਗਦੇ ਰਹਿੰਦੇ ਹਾਂ। ਸੁਬਾਹ ਤੋਂ ਸ਼ਾਮ ਤੱਕ ਇੱਥੇ ਅਰਦਾਸਾਂ ਬੇਨਤੀਆਂ ਸੰਗਤ ਆਉਂਦੀ ਆ, ਕਰਦੀ ਰਹਿੰਦੀ ਆ। ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਪਰ ਗੁਰੂ ਉਹਨਾਂ ਤੇ ਬੜਾ ਖੁਸ਼ ਹੁੰਦਾ ਜਿਹੜਾ ਭਗਤੀ ਮੰਗਦਾ, ਜਿਹੜਾ ਨਾਮ ਮੰਗਦਾ। ਕਹੋ ਸਤਿਨਾਮ ਸ੍ਰੀ। ਤਾਂ ਗੁਰਮੁਖ ਕਿਰਪਾ ਕਰੇ, ਫਿਰ ਗੁਰੂ ਕਿਰਪਾ ਕਰਦਾ ਸਿੱਖ ਤੇ। ਭਗਤ ਕੀਜੈ, ਫਿਰ ਸਿੱਖ ਨੂੰ ਭਗਤੀ ਦੇ ਰਸਤੇ ਪਾਉਂਦਾ, ਭਗਤੀ ਦਾ ਰਸ ਬਖਸ਼ਦਾ। ਸਿੱਖ ਭਗਤੀ ਕਰਦਾ। ਬਿਨ ਗੁਰ ਭਗਤ ਨਾ ਹੋਏ, ਗੁਰੂ ਤੋਂ ਬਗੈਰ ਇਸ ਰਸਤੇ ਤੇ ਨਹੀਂ ਚੱਲਿਆ ਜਾ ਸਕਦਾ। ਪੁੱਛੋ ਬ੍ਰਹਮੈ ਨਾਰਦੈ, ਗੁਰ ਬਿਨ ਤਰਿਆ ਨਾ ਕੋਏ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੈ ਦਾਤ। ਜੀਤੇ ਗੁਰੂ ਨੇ ਕਿਰਪਾ ਕਰਤੀ ਹੋ ਤਾਂ ਕੋਈ ਖੋ ਨਹੀਂ ਸਕਦਾ। ਕੋ ਸਤਨਾਮ ਸ੍ਰੀ, ਖੋ ਨਹੀਂ ਸਕਦਾ। ਪ੍ਰੀਤਮ ਜੀ ਕਹਿੰਦੇ, ਆਓ ਗੁਰੂ ਵਾਲੇ ਬਣੀਏ। ਗੁਰੂ ਅਮਰਦਾਸ ਜੀ ਰੋਜ਼ਾਨਾ ਹੁਣ ਗੋਇੰਦਵਾਲ ਸਾਹਿਬ ਵਿਖੇ ਬੈਠ ਕੇ ਪ੍ਰਚਾਰ ਕਰਦੇ ਹਨ ਸਿੱਖੀ ਦਾ। ਸਿੱਖੋ ਗੁਰੂ ਵਾਲੇ ਬਣਨਾ ਚਾਹੀਦਾ। ਆਪੈ ਆਪ ਮਿਲਾਏ ਬੂਝੈ। ਹੁਣ ਗੁਰੂ ਕਰਦਾ ਕੀ ਹੈ? ਇਹ ਹੈ ਜੁਗਤ ਸਿਮਰਨ ਦੀ। ਹੁਣ ਅਸੀਂ ਧਿਆਨ ਧਰਦੇ ਹਾਂ ਦੂਸਰਿਆਂ ਦਾ। ਲਗਭਗ ਅੱਜ ਤੱਕ ਲੋਕਾਂ ਨੇ ਦੂਜੇ ਦਾ ਧਿਆਨ ਧਰਿਆ ਹੈ, ਪਰ ਗੁਰੂ ਸਿੱਖ ਨੂੰ ਆਪਣੇ ਆਪੇ ਦੀ ਪਛਾਣ ਕਰਾਉਂਦਾ। ਤੂੰ ਕੌਣ ਹੈ ਇਹਦੇ ਵਿੱਚ? ਨਾ ਆਪਾਂ ਕੰਨ ਹਾਂ, ਨਾ ਨੱਕ ਹਾਂ, ਨਾ ਸਰੀਰ ਹਾਂ। ਹਾਂ, ਸਰੀਰ ਦੇ ਮਾਲਕ ਹਾਂ। ਜਿਵੇਂ ਇੱਕ ਤਰਖਾਣ ਆਪਣੀ ਦੁਕਾਨ ਦਾ ਮਾਲਕ ਹੈ, ਪਰ ਤਰਖਾਣ ਦੁਕਾਨ ਨਹੀਂ ਹੈ। ਕਹੋ ਸਤਨਾਮ ਸ੍ਰੀ। ਤਰਖਾਣ ਸੰਦਾਂ ਦੀ ਵਰਤੋਂ ਕਰਦਾ ਹੈ, ਕਦੇ ਆਰੀ ਵਰਤਦਾ, ਕਦੇ ਤੇਸਾ, ਕਦੇ ਹਥੌੜਾ। ਇਸੇ ਤਰ੍ਹਾਂ ਅਸੀਂ ਵੀ ਇਹਨਾਂ ਅੰਗਾਂ ਦੀ, ਇੰਦਰੀਆਂ ਦੀ ਵਰਤੋਂ ਕਰਦੇ ਹਾਂ, ਪਰ ਆਪਾਂ ਇਹ ਇੰਦਰੀਆਂ ਨਹੀਂ ਹਾਂ। ਇਹ ਗਿਆਨ ਗੁਰੂ ਕਰਾਉਂਦਾ ਹੈ। ਕਹੋ ਸਤਨਾਮ ਸ੍ਰੀ। ਰਸਨਾਂ ਦੀ ਵਰਤੋਂ ਕਰਦੇ ਹਾਂ, ਕੰਨਾਂ ਦੀ ਵਰਤੋਂ ਕਰਦੇ ਹਾਂ, ਅੱਖਾਂ ਦੀ ਵਰਤੋਂ ਕਰਦੇ ਹਾਂ, ਹੱਥਾਂ ਪੈਰਾਂ ਦੀ ਵਰਤੋਂ ਕਰਦੇ ਹਾਂ। ਅਸੀਂ ਸਰੀਰ ਦੇ ਵਿੱਚ ਰਹਿਣ ਵਾਲੇ। ਇਹ ਸਰੀਰ ਇੱਕ ਰੱਥ ਹੈ 10 ਘੋੜਿਆਂ ਦਾ। 5 ਕਰਮ ਇੰਦਰੇ, 5 ਗਿਆਨ ਇੰਦਰੇ। ਇਹਨਾਂ 10 ਘੋੜਿਆਂ ਰਾਹੀਂ ਇਹ ਸਰੀਰ ਰੂਪੀ ਰੱਥ ਚੱਲਦਾ ਹੈ, ਪਰ ਅਸੀਂ ਤਾਂ ਇਹਦੇ ਵਿੱਚ ਬੈਠਣ ਵਾਲੇ ਰੱਥੀ ਹਾਂ, ਮਾਲਕ ਹਾਂ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਜਿਸ ਤਰ੍ਹਾਂ ਪਾਂਡਵਾਂ ਦਾ ਅਰਜਨ ਜਿਹੜਾ ਹੈ ਉਹ ਰੱਥੀ ਹੈ ਤੇ ਚਲਾਉਣ ਵਾਲਾ ਕ੍ਰਿਸ਼ਨ ਹੈ, ਇਸੇ ਤਰ੍ਹਾਂ ਇਸ ਰੱਥ ਨੂੰ ਚਲਾਉਣ ਵਾਲਾ ਸੁਵਾਸ ਹੈ। ਕਹੋ ਸਤਨਾਮ ਸ੍ਰੀ। ਔਰ ਇਹ ਸਾਰੀਆਂ ਜਿਹੜੀਆਂ ਇੰਦਰੀਆਂ ਹਨ, ਇਹਦੇ ਘੋੜੇ ਹਨ। ਇਹ ਵੀ ਕਿਹਾ ਸਿਆਣਿਆਂ ਨੇ। ਤੇ ਕ੍ਰਿਸ਼ਨ ਜੀ, ਉੱਥੇ ਕ੍ਰਿਸ਼ਨ ਇੱਕ ਬਣਦੇ ਆ ਗੁਰੂ ਪਿਆਰਿਓ, ਰੱਥ ਨੂੰ ਚਲਾਉਣ ਵਾਲੇ। ਡਰਾਈਵਰ ਆਪਾਂ ਕਹਿ ਦਿਓ ਤੁਹਾਡੀ ਬੋਲੀ 'ਚ। ਤੋ ਰੱਥ ਨੂੰ ਕ੍ਰਿਸ਼ਨ ਕਿਉਂ ਚਲਾਉਂਦਾ? ਕ੍ਰਿਸ਼ਨ ਤਾਂ ਮੌਕੇ ਦਾ ਅਵਤਾਰ ਹੈ, ਕੋਈ ਹੋਰ ਬੰਦਾ ਨਹੀਂ ਲੱਭਿਆ। ਨਹੀਂ, ਉਹ ਤੋਂ ਬਿਨਾਂ ਚੱਲਦਾ ਹੀ ਨਹੀਂ। ਇਹ ਸਰੀਰ ਦਾ ਜਿਹੜਾ ਮਾਲਕ ਹੈ ਉਹ ਸ਼ਬਦ ਹੈ, ਤੇ ਸ਼ਬਦ ਸਵਾਸ ਦੇ ਵਿੱਚ ਹੈ। ਇਹ ਸਵਾਸ ਹੀ ਕ੍ਰਿਸ਼ਨ ਹੈ। ਦੂਸਰਾ ਅਰਥ ਇਹਦਾ ਇਹ ਵੀ ਹੈ। ਕਹੋ ਸਤਨਾਮ ਸ੍ਰੀ। ਪਾਤਸ਼ਾਹ ਜੀ ਦਾ ਬਚਨ ਐਸ ਕਿਰਤੀ ਵਿੱਚ, ਇਹ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤੇ ਆਤਮਾ ਹੈ, ਸਪਸ਼ਟ ਕੀਤਾ ਹੋਇਆ ਹੈ। ਜਿਹਨੂੰ ਤੁਸੀਂ ਕ੍ਰਿਸ਼ਨ ਕਹਿੰਦੇ ਹੋ, ਉਹ ਇੱਕ ਮਥੁਰਾ ਬਿੰਦਰਾਵਨ ਦੇ ਵਿੱਚ ਅਵਤਾਰ ਵੀ ਹੋਇਆ ਦੁਆਪਰ ਯੁੱਗ ਦਾ, ਪਰ ਇੱਕ ਕ੍ਰਿਸ਼ਨ ਸਾਡੇ ਸਾਰਿਆਂ ਦੇ ਵਿੱਚ ਵੀ ਹੈ। ਕ੍ਰਿਸ਼ਨ ਦੇ 2 ਰੂਪ ਵੀ ਦੱਸੇ ਹੈ, ਇੱਕ ਗੋਰਾ ਤੇ ਕਾਲਾ। ਇਸੇ ਸਵਾਸ ਦੇ ਵੀ 2 ਰੂਪ ਹੈ, ਇੱਕ ਆਕਸੀਜਨ ਤੇ ਕਾਰਬਨ ਡਾਈਆਕਸਾਈਡ। ਆਕਸੀਜਨ ਚਿੱਟੀ ਹੈ, ਕਾਰਬਨ ਡਾਈਆਕਸਾਈਡ ਕਾਲੀ ਹੈ। ਕਹੋ ਸਤਨਾਮ ਸ੍ਰੀ। ਇਹ ਸਾਇੰਟੀਫਿਕ ਗੱਲਾਂ ਹਨ ਸਾਰੀਆਂ ਗੁਰੂ ਪਿਆਰੋ, ਸਮਝਣੀਆਂ ਚਾਹੀਏ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਇਹ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤੇ ਆਤਮ ਹੈ। ਆਤਮ ਸ੍ਰੀ ਵਾਸਵ ਦੇਵਸ। ਇਹ ਆਤਮਾ ਪਰਮੇਸ਼ਰ ਦੀ ਅੰਸ਼ ਹੈ।
ਇਹ ਆਤਮਾ ਹੀ ਪਰਮੇਸ਼ਰ ਹੈ, ਗੱਲ ਹੀ ਮੁਕਾ ਦਿੱਤੀ। ਆਤਮਿਕ ਸ੍ਰੀ ਵਾਸੁਦੇਵ ਜੇ ਕੋਈ ਜਾਣੈ ਭੇਓ, ਜੇ ਕਿਸੇ ਨੇ ਇਸ ਭੇਤ ਨੂੰ ਜਾਣ ਲਿਆ, ਕਿੱਡੀ ਵੱਡੀ ਗੱਲ ਕਹਿ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ, ਉਹ ਤਾਂ ਰੱਬ ਹੀ ਹੋ ਜਾਊਗਾ। ਇਹ ਨਾਨਕ ਉਹਦਾ ਸੇਵਕ ਬਣਨ ਨੂੰ ਤਿਆਰ ਹੈ। ਕੋਈ ਇਸ ਗੱਲ ਨੂੰ ਸਮਝੋ, ਇਹ ਗੱਲ ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ। ਆਪੈ ਆਪ ਮਿਲਾਏ ਬੂਝੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਇਹ ਗੱਲ ਸਮਝ ਆਈ ਨਾ, ਜਦੋਂ ਫੇਰੀ ਆਪਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਕਿਸੇ ਵੇਲੇ ਉਹ ਵੀ 60-65 ਸਾਲ ਦੀ ਉਮਰ ਤੱਕ ਗੰਗਾ ਦੀ ਪੂਜਾ ਕਰਦੇ ਰਹੇ, ਗੰਗਾ ਦੀ ਯਾਤਰਾ ਕਰਦੇ ਰਹੇ। ਪਰ ਇੱਕ ਦਿਨ ਗੰਗਾ ਦੇ ਹੀ ਇੱਕ ਯਾਤਰੂ ਨੇ ਐਸਾ ਤਾਨਾ ਮਾਰਿਆ, ਐਸੀ ਚੋਟ ਕੀਤੀ, ਗੱਲਾਂ ਕਰਦਿਆਂ ਕਰਦਿਆਂ ਗੱਲ ਨਿਕਲੀ, ਅਮਰਦਾਸ ਤੇਰਾ ਗੁਰੂ ਕੌਣ ਹੈ? ਕਹਿੰਦੇ ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ ਦੇ ਪੁਜਾਰੀ ਆ, ਆਪਣਾ ਤਾਂ ਗੰਗਾ ਮੁਕਤੀ ਕਰੂਗੀ। ਬ੍ਰਹਮਚਾਰੀ ਜਿਹਨੇ ਉਹਨਾਂ ਦੇ ਘਰ ਰਾਤ ਕੱਟਣੀ ਸੀ, ਅੱਧੀ ਰਾਤ ਦਾ ਸਮਾਂ, ਗੱਲਾਂ ਬਾਤਾਂ ਮੰਜੇ ਤੇ ਬੈਠੇ ਬੈਠੇ ਕਰਦੇ ਰਹੇ, ਨੀਂਦ ਹਜੇ ਆਈ ਨਹੀਂ ਸੀ। ਜਦੋਂ ਇਹਨਾਂ ਨੇ ਕਿਹਾ ਗੁਰੂ ਦੀ ਕੀ ਲੋੜ ਹੈ, ਜਿਵੇਂ ਆਪਾਂ ਕਹਿੰਦੇ ਆ ਦਿਲ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ, ਤੇ ਬ੍ਰਹਮਚਾਰੀ ਜੁੱਤੀ ਪਾ ਕੇ ਉੱਠ ਕੇ ਤੁਰ ਪਿਆ। ਤੇ ਅਮਰਦਾਸ ਜੀ ਕਹਿੰਦੇ ਮਹਾਰਾਜ ਤੁਸੀਂ ਕਿੱਧਰ ਚੱਲੇ? ਕਹਿੰਦਾ ਮੈਂ ਤੇਰੇ ਕੋਲ 1 ਮਿੰਟ ਵੀ ਨਹੀਂ ਖੜਦਾ। ਨਗੋਰੇ ਬੰਦੇ ਕੋਲੇ, ਬੰਦੇ ਨੂੰ ਗੁਰੂ ਵਾਲਾ ਬਣਨਾ ਚਾਹੀਦਾ। ਠੀਕ ਹੈ, ਤੀਰਥ ਯਾਤਰਾ ਅਲੱਗ ਚੀਜ਼ ਹੈ, ਪਰ ਗੁਰੂ ਵਾਲਾ ਬਣਨਾ ਬੜਾ ਜ਼ਰੂਰੀ ਹੈ। ਸਾਰੀ ਰਾਤ ਮੁੜ ਕੇ ਨੀਂਦ ਨਹੀਂ ਆਈ ਅਮਰਦਾਸ ਮਹਾਰਾਜ ਜੀ ਨੂੰ। ਉਸਲ ਬੱਟੇ ਲੈਂਦੇ ਰਹੇ, ਤੁਰੇ ਫਿਰਦੇ ਰਹੇ। ਤੜਕੇ 4 ਵਜੇ ਜਾਗਦੇ ਸੀ ਨਾ, ਅੱਜ 4 ਵਜੇ ਕੰਨ ਵਿੱਚ ਬਲੇਲ ਪਈ, ਕੁਝ ਆਵਾਜ਼ ਆ ਰਹੀ ਆ ਧੁੰਦੂ। ਨੇੜੇ ਹੋ ਕੇ ਸੁਣਿਆ, ਬੜੀ ਮਿੱਠੀ ਧੁਨ ਹੈ, ਕਿੱਥੋਂ ਆ ਰਹੀ ਹੈ? ਇਹ ਤਾਂ ਆਪਣੀ ਹੀ ਭਤੀਜ ਨੋ ਬੀਬੀ ਅਮਰੋ ਬਾਣੀ ਗਾ ਰਹੀ ਸੀ। ਕੋ ਸਤਨਾਮ ਸੀ, ਸਹੁਰੇ ਲੱਗਦੇ ਆ ਚਾਚੇ ਸਹੁਰੇ। ਸਾਈਡ ਤੇ ਖੜ ਕੇ ਸੁਣਦੇ ਰਹੇ। ਤੇ ਜਦੋਂ ਗੁਰੂ ਪਿਆਰਿਓ ਉਧਰੋਂ ਦੁੱਧ ਰਿੜਕਿਆ ਗਿਆ ਤੇ ਉਧਰੋਂ ਬਾਣੀ ਸੰਪੂਰਨ ਹੋ ਗਈ, ਤੇ ਬੀਬੀ ਉੱਠ ਕੇ ਜਦ ਬਾਹਰ ਆਈ ਤੇ ਫਿਰ ਗੁਰੂ ਅਮਰਦਾਸ ਜੀ ਪੁੱਛਦੇ ਆ, ਬੇਟਾ ਤੂੰ ਕੀ ਗਾ ਰਹੀ ਸੀ? ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ। ਤੇ ਬੇਟਾ ਗੁਰੂ ਅਮਰਦਾਸ ਜੀ ਕਹਿਣ ਲੱਗੇ, ਬੇਟਾ ਇਹ ਗੁਰੂ ਨਾਨਕ ਦੇਵ ਜੀ ਕਿੱਥੇ ਆ? ਕਹਿੰਦੇ ਜੀ ਉਹ ਤਾਂ ਜੋਤੀ ਜੋਤ ਸਮਾ ਗਏ। ਕਹਿੰਦੇ ਓਹੋ, ਐਸੀ ਬਾਣੀ ਰਚਨ ਵਾਲਾ ਗੁਰੂ ਆਇਆ ਤੇ ਮੈਂ ਉਹਨਾਂ ਨੂੰ ਮਿਲ ਨਾ ਸਕਿਆ, ਕਿੰਨੇ ਮਾੜੇ ਭਾਗ ਆ। ਜਦੋਂ ਪਛਤਾਵਾ ਜਿਹਾ ਕਰਨ ਲੱਗੇ ਤੇ ਬੀਬੀ ਅਮਰੋ ਕਹਿੰਦੀ ਗੱਲ ਕੀ ਹੋ ਗਈ ਬਾਪੂ ਜੀ? ਉਹ ਕਹਿਣ ਲੱਗੇ ਬੇਟਾ ਮੈਂ ਤਾਂ ਗੁਰੂ ਵਾਲੇ ਬਣਨਾ। ਤੇ ਬੀਬੀ ਅਮਰੋ ਕਹਿਣ ਲੱਗੀ ਫਿਰ ਕੀ ਹੋ ਗਿਆ, ਪਛਤਾਓ ਨਾ, ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਇਹ ਡਿਊਟੀ ਨਿਭਾ ਰਹੇ ਆ, ਤੁਸੀਂ ਉਹਨਾਂ ਦੇ ਚਰਨੀ ਲਾ ਕੇ ਵੀ ਗੁਰਮੰਤਰ ਲੈ ਸਕਦੇ ਹੋ। ਤੇ ਫਿਰ ਅਮਰਦਾਸ ਜੀ ਕਹਿਣ ਲੱਗੇ ਬੇਟਾ ਹੁਣੇ ਲੈ ਕੇ ਚੱਲ। ਬੀਬੀ ਅਮਰੋ ਕਹਿਣ ਲੱਗੀ ਮੈਨੂੰ ਇਹ ਹੁਕਮ ਨਹੀਂ ਹੈ ਕਿ ਸੱਦੇ ਬਿਨਾ ਜਾਵਾਂ ਤੇ ਕਹੇ ਬਿਨਾ ਆਵਾਂ। ਮੈਨੂੰ ਹੁਕਮ ਹੈ ਕਿ ਬੇਟਾ ਜਿੰਨਾ ਚਿਰ ਮੈਂ ਸੱਦਾ ਨਾ ਉਹਨਾਂ ਚਿਰ ਆਈ ਨਾ, ਔਰ ਜਿੰਨਾ ਚਿਰ ਇੱਥੋਂ ਭੇਜਾਂ ਨਾ ਉਹਨਾਂ ਚਿਰ ਜਾਈ ਨਾ। ਮੈਂ ਜਾ ਨਹੀਂ ਸਕਦੀ। ਗੁਰੂ ਅਮਰਦਾਸ ਜੀ ਕਹਿੰਦੇ ਬੇਟਾ ਦੇਖੋ, ਗੁਰੂ ਸਭ ਜਾਣਦਾ, ਜੀ ਉਹ ਗੁਰੂ ਹੈ ਤੇ ਆਪਣੇ ਹਿਰਦੇ ਦੀ ਬੁੱਝ ਸਕਦਾ ਹੈ। ਤੂੰ ਮੈਨੂੰ ਲੈ ਕੇ ਚੱਲ। ਤੇ ਦੋਨੇ ਚੱਲ ਪਏ। ਤੇ ਬੀਬੀ ਬਚਨ ਨੂੰ ਮੰਨਦੀ ਹੋਈ ਅਮਰਦਾਸ ਜੀ ਨੂੰ ਬਾਹਰ ਖੜਾ ਗਈ ਤੇ ਆਪ ਅੰਦਰ ਚਲੀ ਗਈ। ਜਦ ਅੰਦਰ ਗਈ ਆਪਣੇ ਪਿਤਾ ਗੁਰੂ ਅੰਗਦ ਦੇ ਸਾਹਮਣੇ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਬੇਟਾ ਜਿਨ੍ਹਾਂ ਦੀ ਬਾਂਹ ਫੜ ਕੇ ਲਿਆਈਏ ਰਾਹ 'ਚ ਨਹੀਂ ਛੱਡੀਦਾ, ਜਾ ਲੈ ਕੇ ਆ ਅੰਦਰ ਉਹਨਾਂ ਨੂੰ। ਤੇ ਬੀਬੀ ਅਮਰਦਾਸ ਜੀ ਨੂੰ ਅੰਦਰ ਲੈ ਗਈ। ਇਹ ਪੈਰੀ ਪੈਣ ਲੱਗੇ। ਗੁਰੂ ਅੰਗਦ ਦੇਵ ਜੀ ਮੰਜੇ ਤੋਂ ਖੜੇ ਹੋ ਕੇ ਕੁੜਮਾਂ ਦੀ ਤਰ੍ਹਾਂ ਮਿਲਣ ਲੱਗੇ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਸਿੱਖ ਬਣ ਕੇ ਆਇਆ, ਮੈਨੂੰ ਚਰਨੀ ਲਾਓ। ਕੋ ਸਤਨਾਮ ਸੀ, ਮੈਨੂੰ ਆਪਣਾ ਸਿੱਖ ਬਣਾਓ, ਸੇਵਕ ਬਣਾਓ, ਮੈਂ ਅੱਜ ਇਸ ਮਕਸਦ ਨਾਲ ਆਇਆ। ਚਲੋ ਕਹਿੰਦੇ ਕੋਈ ਨਹੀਂ, ਪੁਰਖਾ ਸੀ ਤਾਂ ਕੁੜਮੋ ਕੁੜਮੀ, ਪਰ ਕਹਿੰਦੇ ਕੋਈ ਨਹੀਂ ਪੁਰਖਾ, ਠੀਕ ਹੈ। ਉਸ ਤੋਂ ਬਾਅਦ 12 ਸਾਲ ਸੇਵਾ ਕੀਤੀ ਤੇ 12 ਸਾਲਾਂ ਤੋਂ ਬਾਅਦ ਉਹਨਾਂ ਦੀ ਸੇਵਾ ਥਾਂ ਪਈ। ਉਹ ਗੁਰੂ ਵਾਲੇ ਬਣੇ। ਗੁਰੂ ਵਾਲੇ ਤਾਂ ਬਣਨ ਤੋਂ ਬਾਅਦ ਗੁਰੂ ਵੀ ਬਣੇ, ਔਰ ਗੁਰੂ ਬਣ ਕੇ ਅੱਜ ਸਾਨੂੰ ਵੀ ਕਹਿੰਦੇ ਆ ਓਏ ਸਿੱਖੋ ਗੁਰੂ ਬਿਨਾ ਨਹੀਂ ਸਰਨਾ। ਕੋ ਸਤਨਾਮ ਸੀ, ਗੁਰੂ ਬਿਨਾ ਨਹੀਂ ਸਰਨਾ। ਮੈਨੂੰ ਵੀ 65 ਸਾਲਾਂ ਬਾਅਦ ਸਮਝ ਆਈ ਤੇ ਮੈਂ ਫਿਰ ਗੁਰੂ ਦੇ ਕੋਲ ਗਿਆ। ਗੁਰੂ ਹੀ ਕਿਰਪਾ ਕਰਦਾ ਹੈ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਗੁਰਮੁਖ ਸ਼ਬਦ ਤਿੰਨਾਂ ਵਾਸਤੇ ਵਰਤਿਆ ਗਿਆ। ਗੁਰਮੁਖ ਸ਼ਬਦ ਪਰਮੇਸ਼ਰ ਵਾਸਤੇ ਵੀ ਵਰਤਿਆ, ਗੁਰੂ ਵਾਸਤੇ ਵੀ ਵਰਤਿਆ ਤੇ ਸਿੱਖ ਵਾਸਤੇ ਵੀ ਵਰਤਿਆ, ਕਿਉਂਕਿ ਤਿੰਨਾਂ ਦੀ ਜਾਤ ਇੱਕੋ ਹੀ ਆ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ।
पहला नादी बिंदी ते फिर दोनों विच समाया होया। बिंदी आपां साडे शरीर आ सारे, इन्हां विच भी वो परमेश्वर समाया होया है। ते नादी शब्द है, इहदे विच भी परमेश्वर बोलदा है। वाहो वाहो बाणी निरंकार है, तिस जेवड़ अवर ना कोई। परमेश्वर रूपी गुरमुख सिखां विच भी समाया, गुरु विच भी समाया है। इस घटना नूं क्लीयर करन वास्ते घटना घटाई। वाहो वाहो गोबिंद सिंह आपे गुर चेला। पहला अमृत छका के सिखां नूं सिंह सजाया, फिर ਸਿੰਘਾਂ ਨੂੰ ਕਹਿੰਦੇ ਹੁਣ ਮੈਨੂੰ भी सिंह बनाओ ते मैनू भी छकाओ। ते भाई दया सिंह जी थोड़ा चिफदे आ, कहते मां महाराज तुसीं तां गुरु हो, असीं सिख। नहीं नहीं ये नहीं हो सकता। कहते नहीं, वो मैं तुहानू आपदे वर्गा बनाया, सोडे च ते मेरे च कोई फर्क नहीं रह गया हुण, पर इन्ना ही फर्क है तुसीं सिंह बन गए हो, मैनू सिंह बना दिओ गोबिंद राय तो। कहते जी किवें देईए असीं? कहते जिवें मैथों लिया उवें दिओ। कहते तो सिर दे के लिया। फिर कहते मैं 7 सीस ला दूंगा यार, अमर दे के मैनू गोबिंद राय तो गोबिंद सिंह जरूर बनाओ, कि आपां नहीं बनना। जे गुरु गोबिंद सिंह जी नूं गुरु भाव अमर की प्राप्ति की लोड़ है, भावें वो सारे गुरु है, परमेश्वर स्वरूप है, जे उन्हां नूं अमर की लोड़ है फिर सानू तो उदों ज़्यादा लोड़ है। को सतनाम। जे गुरु अमरदास जी नूं गुरु धारण की लोड़ है फिर सानू क्यों नहीं लोड़? गुरु कृपा करे, गुरमुख कृपा करे भगत कीजै, बिन गुर भगत न होई। गुरु तो बगैर मार्गदर्शन कौन दसूगा? बचपन तो ही असी गुरु धारण करते आ रहे हैं। पहला मां गुरु बनी, उन्हें बोलना सिखाया, फिर तोतले जे बोलते सी, आवाज़ विच सफाई आ गई। फिर गुरु प्यारो पिता ने सानू उंगल ला के घरों बाहर कढ़िया, दुनिया दिखाई, दुनिया का ज्ञान कराया। फिर पिता सानू मास्टर कोल छड्डिया आया, फिर मास्टर ने अखरां दा ज्ञान कराया। किन्ने गुरु धारण कीते आ, पैर पैर ते गुरु की लोड़ है, फिर सतगुरु की क्यों नहीं लोड़? को सतनाम श्री। वो सारे उस्ताद है, गुरदेव माता गुरदेव पिता, ते ये सतगुरु है गुर स्वामी परमेश्वर। ये सतगुरु भी जरूरी है। गुरु प्यारिओ केवल एक पासे तो रोटी भी मच जाती है, दोने पासे ही राड़ी जाती है। सही को सतनाम। जे संसार की लोड़ है, सानू माया की लोड़ है, किरत करते हैं तो नाम जपना भी जरूरी है। किरत करो, नाम जपो, वंड छको। खैर अगे चलिए। आपे आप मिलाए बूझे, तो गुरु ही दसदा सिखा तू कौन है, कित्थों आया, की लैन आया, जिस काम लई आया तेरा वो कारज किवें पूरा होऊगा, तैनू गुरु ही समझाऊगा। ता निर्मल होवे कोए, फिर गुरु ही साडियां गलतियां दसूगा। सानू साडियां गलतियां दा नहीं पता लगदा, दूजे नूं साडी गलती दा पता लग जांदा है। ते कबीर साहब जी ने गलतियां दसन वालियां नूं बड़ी सत्कार दिता। निंदो निंदो मोको लोगो, निंदा जन को खरी प्यारी, निंदा बाप निंदा महतारी। कई बारी दसन वाले ईरखा नाल निंदिया करदे आ, असीं उन्हां लड़ पैंदे आ। कबीर साहब कहंदे नहीं, चंगा कीता, इहने मैनू मेरी गलती दस दित्ती। तां सानू ये नहीं पता असीं गंदे हाँ किन्ने चिर दे। जन्म जन्म की इस मन को मन लागी, काला होवा स्याहो। आपे आ मिलाए बूझे, तां निर्मल होवे कोए। वो जिहड़ी काल सै विकारां दी, वो गुरु हौली हौली धोंदा। भांडा अच्छा सोए जो तिस भाव सी, भांडा आत्मलीन धोता हच्छा ना होए सी। एत द्वारे धोए हच्छा होए सी, मैले हच्छे का विचार आप बरताए सी। मत को जाने जाए अग्गे पाए सी, जेहा कर्म कमाए तेहा होए सी। ते कर्म किहो जिहा करना ये गुरु नूं पुछ लईए किवें करना। इस करके जन्म जन्म की इस मन को मन लागी, काला होआ स्याहो। ते सफाई करूगा गुरु, जिवें सज्जन ठग दी करती, उसे सज्जन ठग नूं सज्जन प्रचारक बनाया। को सतनाम श्री। भूमीए चोर नूं सीधे रस्ते पा के एक वधिया प्रचारक बना दिता। ये गुरु कृपा करदा। निर्मल होवे कोई, तां कोई जिहड़ा गुरु दी गल मान लवे ओह पवित्र हो जावेगा। हर जीओ सच्चा सच्ची बाणी। हरि सच्चा है, हरि दा रूप गुरु नानक सच्चा है। गुरु नानक दा रूप गुरबाणी ये भी सच्ची है, गुरु दे बचन भी सच्चे हन। को सतनाम श्री। हर जीओ सच्चा, हरि सच्चा,
ਜੀਓ ਆਤਮਾ ਵੀ ਉਸੇ ਦੀ ਅੰਸ਼ ਹੈ, ਇਹ 'ਚ ਕੋਈ ਸ਼ੱਕ ਨਹੀਂ, ਇਹ ਵੀ ਸੱਚੀ ਹੈ। ਔਰ ਜ਼ਮੀਰ ਦੀ ਆਵਾਜ਼ ਵੀ ਸੱਚੀ ਹੁੰਦੀ ਹੈ। ਆਤਮਾ ਦੇ ਵਿੱਚੋਂ, ਗੁਰੂ ਦੀ ਆਤਮਾ ਦੇ ਵਿੱਚੋਂ ਨਿਕਲੀ ਹੋਈ ਹੈ ਬਾਣੀ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨਾ ਕੋਈ। ਪੂਰੇ ਹਰ ਜੀਓ ਸੱਚਾ, ਸੱਚੀ ਬਾਣੀ। ਸ਼ਬਦ ਮਿਲਾਵਾ ਹੋਏ ਉਸ ਹਰੀ ਦੇ ਨਾਲ ਸਾਡੀ ਆਤਮਾ ਦਾ ਮਿਲਾਪ ਕੌਣ ਕਰਾਊਗਾ? ਸ਼ਬਦ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ। ਉਹ ਸ਼ਬਦ ਕਿੱਥੋਂ ਮਿਲੂਗਾ? ਕਿਹੜਾ ਸ਼ਬਦ ਮਿਲਾਉਂਦਾ ਹੈ? ਉਹ ਸ਼ਬਦ ਹੈ ਗੁਰੂ ਦਾ ਬਚਨ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਕਿ ਦੁਨੀਆ ਤਾਂ ਸ਼ਬਦਾਂ ਨੂੰ ਵੇਚਣ ਤੇ ਲੱਗੀ ਹੋਈ ਆ। ਜਿਸ ਤਰ੍ਹਾਂ ਗੁਰੂ ਪਿਆਰਿਓ, ਉਜੈਨ ਦਾ ਇੱਕ ਬੱਚਾ ਆਇਆ, ਉਹਦਾ ਪਿਤਾ ਪਹਿਲਾਂ ਪਿਛਲੇ ਗੁਰੂਆਂ ਦਾ ਸਿੱਖ ਹੈ। ਹੁਣ ਆ ਗਿਆ ਸਮਾਂ 10ਵੇਂ ਬਾਣੀ ਪਾਤਸ਼ਾਹ ਦਾ। ਉਜੈਨ ਦੇ ਉਸ ਬਿਸ਼ੰਬਰ ਦਾਸ ਨਾਮ ਦੇ ਇੱਕ ਸਿੱਖ ਨੇ, ਇੱਕ ਸੇਠ ਨੇ, ਇੱਕ ਖੱਤਰੀ ਨੇ ਆਪਣੇ ਪੁੱਤਰ ਨੂੰ ਭੇਜਿਆ, ਪੁੱਤਰ ਜਾ ਤੂੰ ਵੀ ਗੁਰੂ ਵਾਲਾ ਬਣ ਕੇ ਆ। ਤੇ ਕਹਿੰਦੇ ਉਹ ਬੱਚਾ ਨੂੰ ਭੇਜਿਆ, ਉਹਨੂੰ 500 ਰੁਪਈਆ ਪਿਤਾ ਨੇ ਦਿੱਤਾ, 100 ਰੁਪਈਆ ਉਹਨੂੰ ਕਿਹਾ ਵੀ ਤੂੰ ਕੋਲੋਂ ਮੱਥਾ ਟੇਕੀ, ਔਰ ਇੱਕ ਰਾਸ਼ਨ ਦਾ ਗੱਟਾ ਲੈ ਕੇ ਆਇਆ। ਔਰ ਇਹ ਪਹੁੰਚ ਗਿਆ ਅਨੰਦਪੁਰ ਸਾਹਿਬ। ਚੱਲਦਾ ਚੱਲਦਾ ਜਦ ਅਨੰਦਪੁਰ ਸਾਹਿਬ ਐਂਟਰੀ ਕਰਦਾ, ਕੁਦਰਤੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡ ਕੇ ਆਏ ਆ। ਇਹਨੂੰ ਉੱਥੋਂ ਹੀ ਸ਼ੰਕਾ ਪੈਦਾ ਹੋ ਗਿਆ, ਕੋਈ ਸਤਨਾਮ ਵੀ ਯਾਰ ਮੈਂ ਤਾਂ ਵੈਸ਼ਨੂੰ ਗੁਰੂ ਧਾਰਨ ਕਰਨਾ ਸੀ, ਇਹ ਤਾਂ ਸ਼ਿਕਾਰ ਖੇਡਦੇ ਆ। ਪਰ ਆ ਗਿਆ, ਅੰਦਰ ਭੇਜਿਆ ਸੀਗਾ, ਆ ਕੇ 600 ਰੁਪਈਆ ਮੱਥਾ ਟੇਕਿਆ, ਰਾਸ਼ਨ ਦੀ ਬੋਰੀ ਲੰਗਰ ਚ ਪਾ ਦਿੱਤੀ। ਇਸ ਨੇ ਕਈ ਦਿਨ ਐਕਟੀਵਿਟੀ ਵੇਖਦਾ ਰਿਹਾ। ਅਖੀਰ ਇਹ ਮੁੜਨ ਲੱਗਿਆ, ਕਹਿਣ ਲੱਗਿਆ ਮਹਾਰਾਜ ਮੈਨੂੰ ਕਿਰਪਾ ਕਰੋ, ਮੈਂ ਜਾਵਾਂ ਹੁਣ। ਕਹਿੰਦੇ ਠੀਕ ਹੈ ਪੁੱਤਰ। ਕਿੱਥੋਂ ਆਇਆ ਜੀ? ਮੈਂ ਉਜੈਨ ਤੋਂ ਆਇਆ। ਕਹਿੰਦੇ ਠੀਕ ਹੈ, ਨਿਹਾਲ 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 ਸਿੱਖਾਂ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਇਹ ਬਚਨ ਦੇ ਕੇ ਇੱਕ ਕੜਾ ਦਿੱਤਾ ਸਰਬਲੋਹ ਦਾ ਉਸ ਨੂੰ, ਔਰ ਗੁਰੂ ਪਿਆਰੋ ਕੁਝ ਪ੍ਰਸ਼ਾਦ ਦਿੱਤਾ ਬਰਤਨ ਚ ਪਾ ਕੇ। ਇਹ ਤੁਰ ਪਿਆ, ਪਰ ਮਨ ਬੜਾ ਉਦਾਸ ਹੈ ਵੀ ਯਾਰ ਗੁਰੂ ਵੀ ਮਿਲਿਆ, ਇਹ ਤਾਂ ਸ਼ਿਕਾਰ ਖੇਡਣ ਵਾਲਾ ਹੀ ਮਿਲ ਗਿਆ, ਮੈਂ ਤਾਂ ਵੈਸ਼ਨੂੰ ਧਾਰਨਾ ਸੀਗਾ। ਆਹ ਬਰਤਨ ਵਿੱਚ ਪ੍ਰਸ਼ਾਦ ਵੀ ਪਤਾ ਨਹੀਂ ਕਿਤੇ ਮਾਸ ਦਾ ਹੀ ਨਾ ਹੋਵੇ, ਕੋ ਸਤਨਾਮ ਸੀ। ਸ਼ੰਕਾ ਪੈ ਗਈ। ਰਸਤੇ ਵਿੱਚ ਇੱਕ ਧਰਮ ਸਿੰਘ ਨਾਮ ਦਾ ਅੱਗੋਂ ਸਿੱਖ ਟੱਕਰ ਗਿਆ। ਕਹਿਣ ਲੱਗੇ ਭਾਈ ਸਾਹਿਬ ਚੱਲਿਓ? ਕਹਿੰਦੇ ਹਾਂ। ਤੇ ਬੜੇ ਉਦਾਸ ਜਿਹੇ ਹੋ ਯਾਰ, ਇੱਥੋਂ ਤਾਂ ਲੋਕ ਖੁਸ਼ ਹੋ ਕੇ ਜਾਂਦੇ ਆ। ਕਹਿੰਦੇ ਕਾਹਦੀ ਉਦਾਸ ਆ ਯਾਰ, ਬਾਪੂ ਨੇ ਭੇਜਿਆ ਸੀ ਗੁਰੂ ਵਾਲਾ ਬਣ ਕੇ ਆ, ਮੈਂ ਆ ਗਿਆ। ਫਿਰ ਕਹਿੰਦੇ ਫੇਰ ਕੀ, 600 ਰੁਪਈਆ ਮੱਥਾ ਵੀ ਟੇਕਿਆ, ਬਸ ਆ ਮੈਨੂੰ ਇੱਕ ਤਾਂ ਕੜਾ ਜਿਹਾ ਦੇਤਾ, ਤੇ ਕਾ ਪ੍ਰਸ਼ਾਦ ਹੈ ਪਤਾ ਨਹੀਂ ਇਹ ਵੀ ਕਾਹਦਾ ਹੈ। ਧਰਮ ਸਿੰਘ ਨੇ ਵੇਖਿਆ ਵੀ ਇਹ ਬੰਦਾ ਜਿਹੜਾ ਹੈ ਨਾ ਗੁਰੂ ਤੇ ਸ਼ਰਧਾ ਨਹੀਂ ਲੈ ਕੇ ਆਇਆ। ਸ਼ਬਦ ਦੀ ਗੱਲ ਕਰਦਾ, ਸ਼ਬਦ ਬੜਾ ਕੀਮਤੀ ਗੁਰੂ ਸਾਹਿਬ ਨੇ ਉਹਨੂੰ ਦਿੱਤਾ। ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਪਰ ਇਹਨੇ ਸ਼ਬਦ ਤੇ ਭਰੋਸਾ ਨਹੀਂ ਕੀਤਾ ਉਸ ਤੇ, ਕਿਉਂਕਿ ਇਹਨੂੰ ਇਸ ਦੇ ਬਾਰੇ ਗਿਆਨ ਨਹੀਂ ਸੀਗਾ ਵੀ ਸ਼ਬਦ ਕਿੰਨੀ ਤਾਕਤ ਰੱਖਦਾ ਹੈ। ਸ਼ਬਦ ਬੜੀ ਤਾਕਤ ਰੱਖਦਾ ਹੈ। ਜਿਹੜਾ ਗੁਰੂ ਦੇ ਮੁਖ ਚੋਂ ਮਿਲਿਆ ਹੋਇਆ ਸ਼ਬਦ ਹੈ, ਉਹਦੀ ਬੜੀ ਪਾਵਰ ਹੈ। ਉਹ ਸ਼ਬਦ ਕਬੀਰ ਸਾਹਿਬ ਨੇ ਮਸਾਂ ਲਿਆ ਧਰਤੀ ਤੇ ਲੰਮਾ ਪੈ ਕੇ ਰਾਮਾਨੰਦ ਗੁਰੂ ਦੇ ਕੋਲੋਂ। ਉੱਥੋਂ ਰਾਮ ਕੇ ਰਾਮ ਕਹੋ, ਰਾਮ ਕਹਿਣ ਦਾ ਸਮਾਂ, ਉੱਥੋਂ ਰਾਮ ਰਾਮ ਜਪਣਾ ਸ਼ੁਰੂ ਕੀਤਾ ਸੀ। ਭਾਈ ਸਾਹਿਬ ਨੇ ਕਿਹਾ ਏਦਾਂ ਕਰ, ਫਿਰ ਜੇ ਤੇਰਾ 600 ਖਰਚਾ ਹੋ ਗਿਆ, ਮੈਂ ਤੈਨੂੰ 605 ਰੁਪਏ ਦੇ ਦੇਣਾ, ਇਹ ਸਮਾਨ ਮੈਨੂੰ ਦੇ ਦੇ। ਉਹ ਖੁਸ਼ ਹੋ ਗਿਆ ਵੀ ਘਾਟਾ ਬਰਾਬਰ ਹੋਣ ਲੱਗੇ ਆ। ਕਹਿੰਦਾ ਠੀਕ ਆ। ਉਹਨੇ 605 ਰੁਪਏ ਲਿਆ ਕੇ ਦੇਤੇ। ਇਹ ਲਾ ਕੇ ਕੜਾ ਫੜਾਉਣ ਲੱਗਿਆ। ਕਹਿੰਦੇ ਨਹੀਂ ਨਹੀਂ ਕੜਾ ਨਹੀਂ ਲੈਣਾ, ਮੈਂ ਕੜਾ ਪਾਈ ਰੱਖ। ਕਹਿੰਦੇ ਫਿਰ ਆ ਪ੍ਰਸ਼ਾਦ? ਕਹਿੰਦੇ ਨਹੀਂ ਇਹ ਵੀ ਨਹੀਂ, ਕੋਈ ਹੋਰ ਬਚਨ ਕਿਹਾ ਸੀ? ਕਹਿੰਦੇ ਹਾਂ। ਕਹਿੰਦੇ ਕੀ ਕਿਹਾ ਸੀਗਾ? ਵੀ ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਕਹਿੰਦੇ ਬਸ ਇਹ ਬਚਨ ਮੈਨੂੰ ਕਹਿ ਦੇ। ਇਹ ਕੰਨ ਰਾਹੀਂ ਪ੍ਰਵੇਸ਼ ਕਰਦਾ, ਮੂੰਹ ਰਾਹੀਂ ਚਲਿਆ ਜਾਂਦਾ, ਤੁਹਾਡੀ ਮਰਜ਼ੀ ਨਾਲ ਜਾਊਗਾ, ਕੋਈ ਖੋ ਨਹੀਂ ਸਕਦਾ। ਵੈਸੇ ਕਹੋ ਸਤਨਾਮ ਸ੍ਰੀ। ਤੇ ਉਹ ਬੱਚਾ ਉਹ ਸ਼ਬਦ ਵੇਚ ਗਿਆ, 605 ਰੁਪਏ ਲੈ ਗਿਆ। ਜਾਂਦੇ ਹੋਏ ਨੇ ਇਹਨੇ ਹੀਰੇ ਜਵਾਹਰਾਤਾਂ ਦਾ ਜਿਹੜਾ ਵਪਾਰ ਕੀਤਾ ਦਿੱਲੀ ਤੋਂ, ਔਰ ਜੈਪੁਰ ਦੇ ਵਿੱਦੀ ਲੰਘਿਆ, ਉਜੈਨ ਨੂੰ ਗਿਆ। ਤੇ ਗੁਰੂ ਪਿਆਰੋ 3000 ਰੁਪਇਆ ਇਹਨੇ ਵੱਟ ਲਿਆ। 600 ਦੇ ਖਰੀਦੇ, ਅੱਗੇ ਵੇਚੇ, 3000 ਵੱਟ ਲਿਆ। ਹੁਣ ਬੜਾ ਖੁਸ਼ ਹੈ ਬਈ ਮੈਂ ਨਾ ਬਹੁਤ ਲਾਭ ਲੈ ਕੇ ਆਇਆ। ਇਧਰ ਭਾਈ ਸਾਹਿਬ ਨੇ ਖੇਤ ਜਾ ਕੇ ਹਲ ਜੋੜਿਆ
ਤੇ ਹਲ ਜੋੜਿਆ ਤੇ ਇਹਦੇ ਹਲ ਦੀ ਚੌ ਵੱਜੀ ਕਿਸੇ ਬਰਤਨ 'ਚ ਖੜਕਾ ਹੋਇਆ, ਥੱਲਿਓ ਥਾਂ ਪੱਟਿਆ ਤੇ ਮੋਹਰਾਂ ਦਾ ਭਰਿਆ ਘੜਾ ਨਿਕਲ ਆਇਆ। ਕੋ ਸਤਨਾਮ ਸ੍ਰੀ। ਜਦੋਂ ਘੜਾ ਬਾਹਰ ਨਿਕਲਿਆ ਘਰੇ ਲੈ ਗਿਆ, ਚੱਕ ਕੇ ਗਿਣੀਆਂ, ਗੁਰੂ ਸਾਹਿਬ ਦਾ ਹਿੱਸਾ ਕੱਢ ਲਿਆ, ਗੁਰੂ ਸਾਹਿਬ ਦੇ ਕੋਲੇ ਦਸਵਾਂ ਦਸੌਂ ਚੱਕ ਲਿਆਇਆ। ਇਧਰੋਂ ਇਹਦੇ ਬਾਪੂ ਨੇ ਪੁੱਛਿਆ, ਪੁੱਤਰ ਕੀ ਲੈ ਕੇ ਆਇਆ? ਕਹਿੰਦੇ ਸਾਰੀ ਕਹਾਣੀ ਦੱਸੀ। ਫਿਰ ਕਹਿੰਦਾ ਕਮਲਾ ਜਿਹਾ ਸਿੱਖ ਟੱਕਰ ਗਿਆ, ਉਹਨਾਂ ਨੂੰ ਕਮਲੀ ਕਹਿੰਦੇ, ਜਿਹਨਾਂ ਨੂੰ ਗਿਆਨ ਹੁੰਦਾ। ਕਹਿੰਦੀ ਉਹਨੇ ਮੈਨੂੰ 605 ਰੁਪਏ ਦਿੱਤੇ, ਮੈਂ 605 ਦੇ ਨਾਲ ਵਪਾਰ ਕੀਤਾ, 3000 ਬਣਾ ਲਿਆਇਆ। ਬਾਪੂ ਕਹਿੰਦਾ ਘਾਟਾ ਪਾ ਕੇ ਆਇਆ। ਉਹ ਤੂੰ ਸ਼ਬਦ ਵੇਚਿਆ ਜਿਹੜਾ ਕਿਸੇ ਮੁੱਲ ਵੀ ਨਹੀਂ ਮਿਲਦਾ। ਕੋ ਸਤਨਾਮ ਸ੍ਰੀ। ਤੂੰ ਕਿਉਂ ਵੇਚਿਆ? ਚੱਲ ਦੁਬਾਰੇ ਚੱਲੀਏ। ਦੋਨੇ ਪਿਓ ਪੁੱਤੋਂ ਵੀ ਦੋਨੇ ਚੱਲ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋ ਗਏ। ਕੋ ਸਤਨਾਮ ਸ੍ਰੀ। ਜਦ ਇਕੱਠੇ ਹੋਏ, ਉੱਥੇ ਭਾਈ ਧਰਮ ਸਿੰਘ ਬੈਠਾ ਹੈ, 10 ਵਾਰ ਸੌਧ ਲੈ ਕੇ ਆਇਆ ਗੁਰੂ ਸਾਹਿਬ ਦਾ ਹਿੱਸਾ ਕੱਢ ਕੇ ਉਹ ਘੜੇ ਦੇ ਮਾਲ ਚੋਂ। ਤਾਂ ਗੁਰੂ ਪਿਆਰਿਓ, ਉਹ ਬੱਚਾ ਕਹਿਣ ਲੱਗਾ ਜੀ ਆਹੀ ਸਿੱਖ ਸੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਇਹਨੇ ਮੇਰਾ ਸ਼ਬਦ ਲੈ ਲਿਆ ਜਿਹੜਾ ਤੁਸੀਂ ਮੈਨੂੰ ਕਿਹਾ ਸੀਗਾ, ਮੈਨੂੰ ਉਹਦਾ ਗਿਆਨ ਨਹੀਂ ਸੀ। ਕਹਿੰਦੇ ਵੇਚੇ ਤਾਂ ਉਹਦੀ ਮਰਜ਼ੀ ਨਾਲ ਹੈ ਨਾ। ਧਰਮ ਸਿੰਘ ਨੇ ਦੱਸੀ ਸਾਰੀ ਕਹਾਣੀ ਪਹਿਲਾਂ ਆ ਕੇ, ਜੀ ਫਲਾਨਾ ਬੱਚਾ ਜਿਹੜਾ ਆਇਆ ਸੀ ਇੱਦਾਂ ਸੋਚਦਾ ਜਾਂਦਾ ਸੀ ਤੇ ਆਹ ਗੱਲ ਹੋਈ ਤੇ ਤੁਹਾਡੀ ਕਿਰਪਾ ਨਾਲ ਮੈਂ ਉਹਨੂੰ 605 ਦੇ ਕੇ ਟੈਨਸ਼ਨ ਫ੍ਰੀ ਕੀਤਾ, ਪਰ ਮੈਨੂੰ ਤੁਸੀਂ ਕਿਰਪਾ ਕਰਕੇ ਆ ਮਾਇਆ ਇੰਨੀ ਦੇ ਦਿੱਤੀ ਉਸ ਦੇ ਬਦਲੇ। ਕੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਕਹਿ ਰਿਹਾ ਸੀ, ਜਿਹੜੇ ਅੱਜ ਤੁਹਾਡੇ ਹੁੰਦੇ ਤੁਹਾਡੇ ਬਚਨਾਂ ਤੇ ਭਰੋਸਾ ਨਹੀਂ ਕਰਦੇ, ਮਗਰੋਂ ਕੀ ਬਣੂਗਾ? ਪਾਤਸ਼ਾਹ ਕਹਿੰਦੇ ਜਿਹੜਾ ਮੇਰੇ ਬਚਨਾਂ ਤੇ ਭਰੋਸਾ ਨਹੀਂ ਕਰਦਾ ਉਹ 300 ਸਾਲ ਤੱਕ ਦੁਖੀ ਹੋਊਗਾ। ਫਿਰ ਕੋ ਸਤਨਾਮ ਸ੍ਰੀ। ਜੁਗਾਂ ਤੱਕ ਦੁਖੀ ਹੋਊਗਾ ਕਿ ਉਹ ਗੁਰੂ ਦੇ ਸ਼ਬਦ ਤੇ ਭਰੋਸਾ ਕਰਨਾ ਚਾਹੀਦਾ। ਤੇ ਸ਼ਬਦ ਇੱਕ ਵਾਰੀ 5 ਪਿਆਰਿਆਂ ਕੋਲ ਜਿਹਨੇ ਅੰਮ੍ਰਿਤ ਛਕ ਲਿਆ ਨਾ, ਫਿਰ ਮੁੜ ਕਹਿੰਦੇ ਜੀ ਗਲਤੀ ਹੋ ਗਈ ਜੀ, ਚਲੋ ਦੁਬਾਰੇ ਛਕ ਲਓ, ਗਲਤੀ ਹੋ ਗਈ ਤੀਜੀ ਵਾਰ ਛਕ ਲਓ। ਉਹ ਗੱਲ ਨਹੀਂ ਬਣਦੀ ਮੁੜ ਕੇ। ਕੋ ਸਤਨਾਮ ਸ੍ਰੀ। ਜਿਹੜਾ ਪਹਿਲੀ ਵਾਰ ਬਣਦੀ ਹੈ, ਗੁਰੂ ਵਾਲੇ ਬਣਨਾ ਚਾਹੀਦਾ, ਸ਼ਬਦ ਲੈਣਾ ਚਾਹੀਦਾ। ਖੈਰ ਵਿਚਾਰਾਂ ਨੂੰ ਆਪਾਂ ਇੱਥੇ ਰੋਕਦੇ ਹਾਂ, ਸਮਾਪਤੀ ਵੱਲ ਹੋਈਏ। ਗੁਰੂ ਕਿਰਪਾ ਕਰਨ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ, ਹਰ ਜੀਓ ਸੱਚਾ ਸੱਚੀ ਬਾਣੀ। ਸ਼ਬਦ ਮਿਲਾਵਾ ਹੋਏ, ਇਹ ਸ਼ਬਦ ਸਾਨੂੰ ਪਰਮੇਸ਼ਰ ਨਾਲ ਮਿਲਾਉਣ ਵਾਲਾ ਹੈ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਉਹ ਬੱਚਾ, ਉਹ ਬਾਪੂ ਕਹਿੰਦੇ ਜੀ ਦੁਬਾਰੇ ਕਿਰਪਾ ਕਰ ਦਿਓ, ਬਚਨ ਫੇਰ ਦੇ ਦਿਓ। ਪਾਤਸ਼ਾਹ ਕਹਿੰਦੇ ਸ਼ਬਦ ਬਚਨ ਦੁਬਾਰ-ਬਾਰ ਨਹੀਂ ਮਿਲਿਆ ਕਰਦੇ। ਜਦੋਂ ਬਹੁਤੀਆਂ ਹੀ ਮਿੰਨਤਾਂ ਕਰਨ ਲੱਗੇ, ਉਹ ਬੱਚਾ ਵੀ ਰੋਣ ਲੱਗੇ, ਬਾਪੂ ਵੀ। ਤੇ ਬਾਪੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਕ ਹੋਰ ਤੁਹਾਨੂੰ ਸਲਾਹ ਦਿੰਦੇ ਆ, ਹੁਣ ਜੇ ਕੋਈ ਤੁਹਾਡਾ ਕੰਮ ਅੜ ਜਾਵੇ ਨਾ, ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਉਹਦੇ ਕੋਲੇ ਰੱਖ ਕੇ ਪੂਰਾ ਜਪਜੀ ਸਾਹਿਬ 40 ਪੌੜੀਆਂ ਤੇ ਪੂਰਾ ਆਨੰਦ ਸਾਹਿਬ 40 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰ ਦਿਆ ਕਰੋ, ਤੁਹਾਡਾ ਕੰਮ ਹੋ ਜਾਇਆ ਕਰੂਗਾ ਜੇ ਕੋਈ ਅੜਿਆ ਹੋਵੇ। ਕੋ ਸਤਨਾਮ। ਬਚਨ ਬਾਰ-ਬਾਰ ਨਹੀਂ ਮਿਲਿਆ ਕਰਦੇ ਗੁਰੂਆਂ ਦੇ ਕੋਲੋਂ, ਤਾਂ ਇਸ ਕਰਕੇ ਬਚਨ ਸੰਭਾਲਣੇ ਚਾਹੀਦੇ ਆ ਜੋ ਗੁਰੂਆਂ ਨੇ ਸਾਨੂੰ ਦਿੱਤੇ ਹੋਏ ਆ। ਪਰ ਜੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਇਹ ਜੁਗਤੀ ਦੱਸ ਦਿੱਤੀ ਕਿ ਜੇ ਕੋਈ ਬਹੁਤਾ ਹੀ ਕੰਮ ਅੜ ਜਾਵੇ ਤਾਂ ਫਿਰ ਤੁਸੀਂ ਭਾਈ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸ਼ੁੱਧਤਾ ਦੇ ਨਾਲ ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਪੂਰਾ 40 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਦਿਆ ਕਰੋ, ਤੁਹਾਡਾ ਕੰਮ ਹੋ ਜਾਇਆ ਕਰੂਗਾ। ਅਗਲੀਆਂ ਵਿਚਾਰਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬਾਬਾ ਜੀ ਕਹਿੰਦੇ ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਉਹ ਜੇ ਤੂੰ ਭਗਤੀ ਨਹੀਂ ਸੀ ਕਰਨੀ ਲੈਣ ਕੀ ਆਇਆ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਗੁਰੂ ਦੀ ਸੇਵਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਮਨੁੱਖਾ ਜੀਵਨ ਖਰਾਬ ਕਰਦਾ ਜਾ ਰਿਹਾ। ਰਹਾਓ ਰਹਾਓ ਕਹਿੰਦਾ ਠਹਿਰੋ। ਰਹਾਓ ਤੋਂ ਅਗਲੇ ਬਚਨ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦੇ ਆ ਅਨੇਕਾਂ ਅੱਖਰ ਵੱਧ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।